नानक दुनिया किया वड्याइया, अगी सेती जाल। एनी जली नाम विसारिया, एक ना चलिया वाहिगुरु साहिब जीओ। महला दूजा। नानक दुनिया कियां वड्याइयां, अगी सेती जाल। इनी जलई नाम विसारिया, एक ना चलिया नाल। नानक दुनिया कियां वड्याइयां, अगी सेती जाल। इनी जलई नाम विसारिया, एक ना चलिया नाल। वाहिगुरु जी का खालसा, वाहिगुरु जी की फतेह। गरीब नवाज पातशाह सतगुरु श्री गुरु ग्रंथ साहिब जी की पावन पवित्र हजूरी विच जुड़ बैठे गुरु सवारे सतसंगी जनों, आप जी ने हजूर दे चरणों विच नतमस्तक हो के अपने जीवन नू मस्तक नू भागशाली बनाया है। गुरु अंगद देव सच्चे पातशाह जी की पवित्र पावन बाणी विच श्लोकां की व्याख्या आप जी सरवण करते आ रहे हो। अज दे श्लोक की विचार जिहदे अंदर हजूर ने अकाल पुरख वाहिगुरू दे रस्ते ते तुरन वाले जग्यासू दे रस्ते अंदर आउण वाली सब तो वड्डी एक रुकावट का जिक्र किया है, सार दी वड्याई। ये कई प्रकार नाल इस रस्ते ते तुरन वाले गुरमुख दे राह विच रोड़ा बनती है। ਇਹਦੇ दो रूप ने। एक तो पहला जदों कोई गुरु दे मार्ग ते तुरदा है ते उन्हों लोक लाज त्यागनी पैंदी है, संसार दीयां रीतां तो उच्चे उठना पैंदा है। उस हालत विच कई बारी मनुख संसारक तौर ते तंग भी हुंदा है, क्योंकि मार्ग वखरा है, मार्ग नवा है, रुकावट भी आ सकती है, समाज भी विरोधी हो सकता है, परिवार भी विरोधी हो सकता है। उत्थे फिर सतगुरु ने एक बचन किया कि संसार दीयां वड्याइयां नूं अग विच साड़ दे। इहदे अखरी अर्थ ये ने, जिहड़ी चीज़ तेरे राह विच रोड़ा बनदी उन्हों अग विच अग्गी सेती जाल अग नाल साड़ दे। क्योंकि जिन्ना चिर साडी जिंदगी दे विच जो असली चीज़ है वो बिल्कुल थोड़ी है। जो तत्त है ना शरीर दे अंदर
ਜਿਹਨੂੰ ਜੋਤ ਸਰੂਪ ਕਿਹਾ, ਉਹ ਇੱਕ ਹੈ ਤੇ ਉਹਦੇ ਦੁਆਲੇ ਉਹਦੇ ਤੱਕ ਜਾਣ ਵਾਸਤੇ ਰਾਹ ਵਿੱਚ ਰੁਕਾਵਟਾਂ ਬਹੁਤੀਆਂ ਨੇ। ਉਹਦੇ ਤੱਕ ਆਦਮੀ ਜਾ ਨਹੀਂ ਸਕਦਾ। ਜਿਵੇਂ ਉਦਾਹਰਨ ਦੇ ਤੌਰ ਤੇ ਕਿਸੇ ਮਨੁੱਖ ਦਾ ਗਹਿਣਾ, ਉਹਦੇ ਹੱਥ ਵਿੱਚ ਪਾਇਆ ਹੋਇਆ ਕੜਾ ਇੱਕ ਬਹੁਤ ਵੱਡੇ ਕਬਾੜ ਦੇ ਢੇਰ ਵਿੱਚ ਗਵਾਚ ਜਾਂਦਾ ਹੈ ਔਰ ਉਹਦੇ ਵਿੱਚੋਂ ਲੱਭਦਾ ਨਹੀਂ। ਮਾਨੋ ਇੱਕ ਢੇਰ ਹੈ ਘਾਹ ਦਾ, ਸੁੱਕੇ ਦਾ, ਜਿਹਦਾ ਖਿਲਾਰਾ ਬਹੁਤ ਵੱਡਾ ਹੈ। ਉਹਦੇ ਅੰਦਰ ਉਹਦੇ ਹੱਥ ਵਿੱਚ ਪਾਈ ਹੋਈ ਮੁੰਦੀ ਛਾਪ ਜਾਂ ਕੋਈ ਵੀ ਸੋਨੇ ਦਾ ਕੀਮਤੀ ਗਹਿਣਾ ਉਸ ਘਾਹ ਦੇ ਢੇਰ ਦੇ ਵਿੱਚ ਗਵਾਚ ਜਾਂਦਾ ਹੈ ਔਰ ਉਹ ਉਹਦੇ ਵਿੱਚੋਂ ਖੋਜਣ ਲੱਗ ਪੈਂਦਾ, ਲੱਭਣ ਲੱਗ ਪੈਂਦਾ ਹੈ। ਇੱਕ ਇੱਕ ਤੀਲਾ ਛਾਂਟਦਾ ਰਹਿੰਦਾ ਹੈ ਤੇ ਬੜਾ ਸਮਾਂ ਉਹਦੇ ਉੱਤੇ ਅਜਾਈਂ ਗਵਾਉਂਦਾ, ਪਰ ਉਹਨੂੰ ਉਹ ਗਹਿਣਾ ਉਹਦੇ ਵਿੱਚੋਂ ਲੱਭਦਾ ਨਹੀਂ, ਕਿਉਂਕਿ ਉਹ ਗਹਿਣਾ ਬਿਲਕੁਲ ਛੋਟਾ ਹੈ ਤੇ ਕਬਾੜ ਜ਼ਿਆਦਾ ਹੈ, ਉਹ ਮਿਲਦਾ ਨਹੀਂ। ਫਿਰ ਉਹਨੂੰ ਕਿਸੇ ਨੇ ਸਲਾਹ ਦਿੱਤੀ, ਇਸ ਕਬਾੜ ਵਿੱਚੋਂ, ਇਸ ਘਾਹ ਵਿੱਚੋਂ ਗਹਿਣਾ ਲੱਭਣ ਦਾ ਤਰੀਕਾ ਸਿਰਫ ਇੱਕ ਹੈ ਕਿ ਅੱਗ ਦੀ ਇੱਕ ਚੰਗਿਆੜੀ ਲੈ ਕੇ ਇਸ ਘਾਹ ਨੂੰ ਅੱਗ ਲਾ ਦੇ। ਜਦੋਂ ਅੱਗ ਬਲੇਗੀ ਤੇ ਕਬਾੜ ਸੜ ਜਾਏਗਾ, ਸੋਨਾ ਨਹੀਂ ਸੜਦਾ। ਕਬਾੜ ਸਾਰਾ ਸੜ ਗਿਆ। ਜਦੋਂ ਕਬਾੜ ਸੜ ਗਿਆ ਤੇ ਉਹ ਜਿਹੜਾ ਸੋਨੇ ਦਾ ਗਹਿਣਾ ਗਵਾਚਾ ਸੀ ਉਹ ਚਮਕ ਪਿਆ ਵਿੱਚੋਂ, ਕਿਉਂਕਿ ਸੋਨਾ ਜਿੰਨਾ ਅੱਗ ਵਿੱਚ ਤਪਦਾ ਹੈ ਓਨਾ ਜ਼ਿਆਦਾ ਚਮਕਦਾ ਹੈ। ਇਸ ਕਰਕੇ ਸਤਿਗੁਰੂ ਨੇ ਬਚਨ ਕੀਤੇ, ਕਹਿੰਦੇ ਸੰਸਾਰ ਦੀਆਂ ਵਡਿਆਈਆਂ ਜਿਹਦੇ ਅੰਦਰ ਤੇਰੀ ਜ਼ਿੰਦਗੀ ਦਾ ਮੂਲ ਤੱਤ ਗਵਾਚ ਗਿਆ ਹੈ, ਪਰਮਾਤਮਾ ਦਾ ਨਾਮ ਗਵਾਚ ਚੁੱਕਾ ਹੈ, ਤੂੰ ਇਹਨਾਂ ਵਡਿਆਈਆਂ ਨੂੰ ਅੱਗ ਲਾ ਦੇ। ਜਦੋਂ ਸਾਰੀਆਂ ਸੰਸਾਰ ਦੀਆਂ ਵਡਿਆਈਆਂ ਇੱਕ ਪਾਸੇ ਹੋ ਜਾਣਗੀਆਂ, ਸੜ ਜਾਣਗੀਆਂ, ਵਿੱਚੋਂ ਨਾਮ ਦੀ ਤੈਨੂੰ ਦਾਤ ਪ੍ਰਾਪਤ ਹੋ ਜਾਏਗੀ। ਇਸ ਕਰਕੇ ਸਭ ਤੋਂ ਵੱਡੀ ਰੁਕਾਵਟ ਹੈ ਕਿ ਮਨੁੱਖ ਸੰਸਾਰ ਦੀਆਂ ਰੀਤਾਂ ਵਿੱਚ ਵੱਜ ਜਾਂਦਾ ਹੈ, ਉਹਨਾਂ ਨੂੰ ਛੱਡ ਨਹੀਂ ਸਕਦਾ, ਉਹਦੇ ਅੰਦਰ ਹਿੰਮਤ ਨਹੀਂ ਪੈਂਦੀ। ਇਹਦਾ ਇੱਕੋ ਇੱਕ ਇਲਾਜ ਗੁਰੂ ਸਾਹਿਬ ਨੇ ਦੱਸਿਆ। ਵੈਸੇ ਸਿੱਖੀ ਦਾ ਇੱਕ ਰਸਤਾ, ਉਹਦਾ ਨਾਮ ਲਿਆ ਗਿਆ। ਗੁਰੂ ਸਾਹਿਬ ਨੇ ਕਿਹਾ ਜੇ ਇਸ ਰਾਹ ਤੇ ਜਾਣਾ ਹੀ ਤੂੰ ਇਕੱਲਾ ਨਹੀਂ ਤੁਰ ਸਕੇਗਾ, ਕਿਉਂਕਿ ਇੱਕ ਪਾਸੇ ਇਕੱਠ ਹੈ ਸੰਸਾਰ ਦਾ, ਇੱਕ ਪਾਸੇ ਜਿਹੜੇ ਧਰਮ ਦੇ ਵਿਰੋਧੀ ਨੇ ਉਹਨਾਂ ਦੀ ਗਿਣਤੀ ਜ਼ਿਆਦਾ ਹੈ। ਤੇ ਕੱਲ ਜਿਹੜੀ ਮੈਂ ਵਿਚਾਰ ਕੀਤੀ ਸੀ, ਖਾਲਸਾ ਕਿਹਨੂੰ ਕਹਿੰਦੇ? ਜਿਹੜਾ 1.25 ਲੱਖ ਤੋਂ ਉੱਪਰੋਂ ਦੀ ਲੰਘ ਜਾਏ, ਪਰਵਾਹ ਨਾ ਕਰੇ, ਪਰ ਉੱਥੇ ਆਪਾਂ ਅਜੇ ਗਏ ਨਹੀਂ। ਇੱਕ ਕਮਜ਼ੋਰ ਸੰਸਾਰਕ ਮਨੁੱਖ ਧਰਮ ਦੇ ਮਾਰਗ ਤੇ ਕਿਵੇਂ ਤੁਰੇ, ਜਿਹਦੇ ਅੱਗੇ ਸੰਸਾਰ ਦੀਆਂ ਔਂਕੜਾਂ ਨੇ? ਉਹ ਕਿਹੜੇ ਸਾਧਨ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਏ ਕਿ ਉਹ ਅੱਗੇ ਲੰਘਦਾ ਜਾਏ, ਅੱਗੇ ਤੁਰਦਾ ਜਾਏ? ਗੁਰੂ ਘਰ ਦੇ ਅੰਦਰ ਉਹਦਾ ਨਾਮ ਦਿੱਤਾ ਗਿਆ, ਉਹਨੂੰ ਕਹਿੰਦੇ ਨੇ ਗਾਡੀ ਰਾਹ। ਗੁਰਸਿੱਖੀ ਦਾ ਜਿਹੜਾ ਰਸਤਾ ਹੈ ਉਹਨੂੰ ਗਾਡੀ ਰਾਹ ਕਹਿੰਦੇ ਨੇ। ਗਾਡੀ ਰਾਹ ਦੇ ਅਰਥ ਕੀ ਨੇ? ਸ਼ਬਦ ਸਿੱਧਾ ਜਿਹਾ, ਤੁਸੀਂ ਕਈ ਵਾਰੀ ਸੁਣਿਆ ਹੋਵੇਗਾ ਕਿ ਗੁਰੂ ਸਾਹਿਬ ਵੱਲੋਂ ਚਲਾਏ ਹੋਏ ਗਾਡੀ ਰਾਹ ਤੇ ਤੁਰਨਾ ਚਾਹੀਦਾ। ਮੈਂ ਥੋੜੇ ਮਿੰਟਾਂ ਵਿੱਚ ਇਹਦੀ ਵਿਆਖਿਆ ਤੁਹਾਡੇ ਨਾਲ ਸਾਂਝੀ ਕਰਾਂ ਕਿ ਗਾਡੀ ਰਾਹ ਕਿਹਨੂੰ ਕਹਿੰਦੇ ਨੇ। ਗਾਡੀ ਰਾਹ ਦਾ ਮਤਲਬ ਇਹ ਹੈ ਕਿ ਪੁਰਾਣੇ ਸਮੇਂ ਦੇ ਅੰਦਰ ਨਾ ਉਦੋਂ ਗੱਡੀਆਂ ਸਨ, ਨਾ ਸੜਕਾਂ ਪੱਕੀਆਂ ਸਨ। ਉਦੋਂ ਗੱਡਿਆਂ ਦੇ ਉੱਤੇ ਮਾਲ ਢੋਇਆ ਜਾਂਦਾ ਸੀ, ਕਾਫਲੇ ਤੁਰਦੇ ਸਨ, ਤੇ ਸੜਕਾਂ ਵੀ ਕੱਚੀਆਂ। ਜਿਵੇਂ ਅੱਜ ਕੱਲ੍ਹ ਬਾਰਿਸ਼ ਹੁੰਦੀ ਹੈ, ਜਦੋਂ ਬਾਰਿਸ਼ ਪੈ ਜਾਣੀ ਤੇ ਕੱਚੇ ਰਾਹ ਵਿੱਚ ਗੱਡੇ ਦੇ ਉੱਤੇ ਸਮਾਨ ਲੱਦ ਕੇ ਬਲਦਾਂ ਤੋਂ ਖਿੱਚਣਾ ਔਖਾ ਹੋ ਜਾਣਾ, ਕਿਉਂਕਿ ਰਸਤੇ ਕੱਚੇ ਨੇ, ਗਾਰਾ ਹੈ ਤੇ ਪਹੀਏ ਵੀ ਲੱਕੜ ਦੇ। ਉਹਨਾਂ ਗੱਡਿਆਂ ਦੇ ਜਿਹੜੇ ਪਹੀਏ ਸਨ ਉਹ ਵੀ ਲੱਕੜ ਦੇ, ਇਸ ਕਰਕੇ ਤੁਰਨਾ ਔਖਾ ਹੋ ਜਾਂਦਾ ਸੀ।
उस वेले फिर ਜਿਹੜੇ ਕਾਫਲੇ ਸਨ, ਜਿਹੜੇ ਵਪਾਰ ਦਾ ਸਮਾਨ ਢੋਂਦੇ ਸਨ, ਉਹ ਕੀ ਕਰਦੇ ਸਨ ਵੀ ਜਿਵੇਂ 40 ਗੱਡੇ ਨੇ ਜਾਂ 50 ਗੱਡੇ ਨੇ, ਉਹਨਾਂ ਵਿੱਚੋਂ ਜਿਹੜੇ ਬਲਦ ਸਭ ਤੋਂ ਤਕੜੇ ਨੇ, ਜਿਨ੍ਹਾਂ ਵਿੱਚ ਜ਼ਿਆਦੀ ਜਾਨ ਹੈ, ਉਹਨਾਂ ਦੇ ਗੱਡੇ ਨੂੰ ਕਹਿੰਦੇ ਸਨ ਵੀ ਇਹਨਾਂ ਨੂੰ ਅੱਗੇ ਲਾਓ, ਤੇਰੇ ਬਲਦ ਤਕੜੇ ਨੇ, ਇਸ ਗੱਡੇ ਨੂੰ ਅੱਗੇ ਲਾ ਦਿਓ। ਫਿਰ ਜਿਹੜਾ ਉਹਦੇ ਤੋਂ ਕਮਜ਼ੋਰ ਬਲਦਾਂ ਵਾਲਾ ਗੱਡਾ ਸੀ ਉਹਨੂੰ ਕਹਿੰਦੇ ਤੂੰ 2 ਨੰਬਰ ਤੇ ਲਾ ਦੇ। ਫਿਰ ਜਿਹੜੇ ਥੋੜੇ ਜਿਹਾ ਉਹਦੇ ਤੋਂ ਕਮਜ਼ੋਰ ਸਨ ਉਹਨੂੰ ਕਹਿੰਦੇ ਸਨ ਤੂੰ 3 ਤੇ। ਇਸ ਤਰ੍ਹਾਂ ਜਿਉਂ-ਜਿਉਂ ਜਿਹੜੇ ਕਮਜ਼ੋਰ ਬਲਦ ਹੁੰਦੇ ਸਨ, ਜਿਨ੍ਹਾਂ ਦੇ ਵਿੱਚ ਸਮਰੱਥਾ ਨਹੀਂ ਸੀ ਹੁੰਦੀ ਕਿ ਉਹ ਗਾਰੇ ਵਿੱਚ ਗੱਡੇ ਨੂੰ ਲੈ ਕੇ ਤੁਰ ਸਕਣ, ਉਹਨਾਂ ਨੂੰ ਸਾਰਿਆਂ ਤੋਂ ਪਿੱਛੇ ਲਾ ਦਿੰਦੇ ਸਨ। ਤੇ ਉਹਦੇ ਵਿੱਚ ਵਾਪਰਦਾ ਕੀ ਸੀ, ਧਿਆਨ ਦੇਣਾ ਕਿ ਜਿਹੜੇ ਅਗਲੇ ਗੱਡੇ ਸਨ ਉਹ ਲੀਹ ਪਾ ਦਿੰਦੇ ਸਨ, ਲੀਕ ਬਣਾ ਦਿੰਦੇ ਸਨ ਗਾਰੇ ਵਿੱਚ, ਉਹਨੂੰ ਕਹਿੰਦੇ ਨੇ ਗੈਲ ਪਾ ਦੇਣੀ। ਉਸ ਗੈਲ ਦੇ ਵਿੱਚ ਬਣੀ ਹੋਈ ਲੀਹ ਦੇ ਵਿੱਚ ਬਣੇ ਹੋਏ ਰਾਹ ਦੇ ਵਿੱਚ ਜਿਹੜੇ ਕਮਜ਼ੋਰ ਬਲਦਾਂ ਵਾਲੇ ਗੱਡੇ ਨੇ ਉਹਨਾਂ ਨੂੰ ਤੁਰਨਾ ਸੌਖਾ ਹੋ ਜਾਂਦਾ ਸੀ। ਜਿਹੜੇ ਪਹਿਲੇ ਅੱਗੇ ਨਹੀਂ ਸਨ, ਇਕੱਲੇ ਨਹੀਂ ਸਨ ਜਾ ਸਕਦੇ, ਸੰਗਤ ਨਾਲ ਉਹਨਾਂ ਨੂੰ ਤੁਰਨਾ ਸੌਖਾ ਹੋ ਗਿਆ। ਗੁਰੂ ਸਾਹਿਬ ਨੇ ਇਹ ਉਦਾਹਰਨ ਦਿੱਤੀ ਹੈ ਗਾਡੀ ਰਾਹ। ਗਾਡੀ ਰਾਹ ਦਾ ਮਤਲਬ ਹੈ ਜੇ ਤੂੰ ਧਰਮ ਦੇ ਮਾਰਗ ਤੇ ਤੁਰਨਾ ਹੈ, ਤੇਰੇ ਅੰਦਰ ਇੰਨੀ ਸਮਰੱਥਾ ਕੋਈ ਨਹੀਂ, ਇਕੱਲਾ ਤੁਰ ਲਏਗਾ, ਡਿੱਗ ਪਏਗਾ, ਤੇਰੇ ਤੋਂ ਗੈਲ ਹੀ ਨਹੀਂ ਬਣਨੀ। ਔਰ ਕਬੀਰ ਜੀ ਨੇ ਇਹ ਬਚਨ ਵੀ ਕਿਹਾ ਬਾਣੀ ਦੇ ਅੰਦਰ, ਸ਼ਲੋਕ ਪੜੋਗੇ ਤੁਸੀਂ, ਉਹ ਕਹਿੰਦੇ ਨੇ ਕਬੀਰ ਸੰਤ ਕੀ ਗੈਲ ਨਾ ਛੋੜੀਐ, ਸਾਧ ਸੰਗਤ ਦੀ ਗੁਰੂ ਦੀ ਗੈਲ ਨਾ ਛੱਡੀ, ਜੇ ਲੰਘਣੇ ਤੇ। ਨਹੀਂ ਤੇ ਬੜੇ ਗੱਡੇ ਫਸੇ ਪਏ ਨੇ, ਖੜੇ ਹੋਏ ਨੇ ਨਾ, ਕੀ ਹੋਇਆ ਸਿੱਖ ਬਣ ਗਏ, ਸਫ਼ਰ ਤੇ ਕੋਈ ਨਹੀਂ ਨਾ, ਜਿੱਥੇ ਜਿੱਥੇ ਗੁਰੂ ਨੇ ਤੋਰਿਆ ਸੀ ਉੱਥੇ ਖੜੇ ਆ। ਚਲੋ ਇਹ ਵੀ ਚੰਗੀ ਗੱਲ ਹੈ, ਘੱਟੋ ਘੱਟ ਖਲੋ ਤੇ ਗਏ। ਬਹੁਤਿਆਂ ਦਾ ਤੇ ਹਾਲ ਉਹ ਖੜੇ ਵੀ ਕੋਈ ਨਹੀਂ ਹੋਏ, ਪਿਛਾਂ ਚਲੇ ਗਏ, ਤਿਲਕ ਗਏ, ਡਿੱਗ ਪਏ। ਖਲੋਣਾ ਵੀ ਚੰਗੀ ਗੱਲ ਹੈ, ਪਰ ਅੱਗੇ ਨਹੀਂ ਜਾ ਸਕਦੇ। ਇਹ ਗੱਲ ਖਿਆਲ ਮੱਤ ਰੱਖਣਾ ਕਿ ਗੁਰੂ ਦੀ ਅਗਵਾਈ ਤੋਂ ਬਿਨਾਂ ਤੇ ਸਾਧ ਸੰਗਤ ਦੇ ਸਹਾਰੇ ਤੋਂ ਬਿਨਾਂ ਕੋਈ ਮਨੁੱਖ ਇਸ ਰਾਹ ਤੇ ਅੱਗੇ ਵੱਧ ਜਾਏਗਾ ਨਾਮੁਮਕਿਨ ਹੈ। ਕੁਝ ਵੀ ਨਹੀਂ, ਐਵੇਂ ਰਾਹ ਵਿੱਚ ਖੜੇ ਹੋਇਆ। ਬੜੇ ਗੱਡੇ ਫਸੇ ਹੋਏ ਨੇ ਰਾਹ ਵਿੱਚ, ਜਿੱਥੋਂ 5 ਪਿਆਰਿਆਂ ਨੇ ਅੰਮ੍ਰਿਤ ਛਕਾਇਆ ਸੀ, ਜ਼ਿੰਦਗੀ ਉੱਥੇ ਖੜੀ ਹੋਈ ਹੈ, ਕਿਤੇ ਵੀ ਗਈ ਨਹੀਂ। ਬਸ ਇੱਕ ਬਹਾਵ ਜਿਹਾ ਬਣ ਗਿਆ, ਇੱਕ ਮਨ ਦਾ ਇੱਕ ਪਰਚਾਵਾ ਜਿਹਾ ਬਣ ਗਿਆ। ਇੱਕ ਦੂਜੇ ਨੂੰ ਆਪਾਂ ਕਹਿ ਦਿੰਦੇ ਆ ਵੀ ਚੜ੍ਹਦੀ ਕਲਾ ਬੜੀ ਹੈ। ਚੜ੍ਹਦੀ ਕਲਾ ਤੇ ਉਦਣ ਹੋਣੀ ਜਿੱਦਣ ਕਲਗੀਆਂ ਵਾਲੇ ਨੇ ਕਿਹਾ ਸੀ, ਆਤਮ ਰਸ ਜੇ ਜਾਣ ਹੀ ਸੋ ਹੈ ਖਾਲਸ ਦੇਵ। ਖਾਲਸਾ ਉਦਣ ਬਣਨਾ, ਉਸ ਤੋਂ ਪਹਿਲਾਂ ਨਹੀਂ। ਖਾਲਸੇ ਦੀ ਮੰਜ਼ਿਲ ਕੀ ਹੈ? ਖਾਲਸੇ ਦੀ ਮੰਜ਼ਿਲ ਹੈ ਕਿ ਜਿੱਦਣ ਉਹ ਆਤਮ ਰਸ ਤੱਕ ਚਲਾ ਗਿਆ ਉਦਣ ਖਾਲਸਾ ਬਣੇਗਾ, ਉਸ ਤੋਂ ਪਹਿਲਾਂ ਨਹੀਂ ਹੈ। ਉਦੋਂ ਪਹਿਲਾਂ ਰਾਹੀ ਹੈ, ਪੰਧ ਵਿੱਚ ਜਾ ਰਿਹਾ। ਤਾਂ ਗਾਡੀ ਰਾਹ ਦੇ ਕੀ ਅਰਥ ਹੋ ਸਕਦੇ ਨੇ ਕਿ ਉਹਨਾਂ ਗੱਡਿਆਂ ਦੀ ਸੰਗਤ ਕਰਨੀ ਜਿਨ੍ਹਾਂ ਨੇ ਲੀਹਾਂ ਪਾ ਦਿੱਤੀਆਂ ਨੇ, ਔਰ ਉਹਨਾਂ ਦੀਆਂ ਲੀਹਾਂ ਦੇ ਅੰਦਰ ਤੁਰਨਾ ਸੌਖਾ ਹੋ ਜਾਏਗਾ। ਜੇ ਮਨੁੱਖ ਨੇ ਇਕੱਲੇ ਤੁਰਨ ਦਾ ਯਤਨ ਕੀਤਾ, ਰਸਤੇ ਵਿੱਚ ਖੁੱਭ ਜਾਏਗਾ, ਅੱਗੇ ਨਹੀਂ ਜਾ ਸਕਦਾ। ਇਸ ਕਰਕੇ ਗਾਡੀ ਗੁਰਸਿੱਖੀ ਦਾ ਰਾਹ ਕੀ ਹੈ? ਕੋਈ ਬੰਦਾ ਇਕੱਲਾ ਕਵੇ ਮੈਂ ਆਪਣੇ ਘਰ ਵਿੱਚ ਸਾਧ ਬਣ ਜਾਣਾ, ਮੈਂ ਇਕੱਲੇ ਆਪਣੇ ਘਰ ਵਿੱਚ ਹੀ ਸਿੱਖੀ ਕਮਾ ਲੈਣੀ, ਮੈਨੂੰ ਨਹੀਂ ਲੋੜ ਗੁਰਦੁਆਰੇ ਜਾਣ ਦੀ। ਇਹ ਗੱਲ ਵੱਖਰੀ ਹੈ ਕਿ ਅੱਗੇ ਗੁਰਦੁਆਰੇ ਵਿੱਚ ਵੀ ਕੁਝ ਫਸੇ ਹੋਣ ਲੋਕ, ਫਿਰ ਤੇ ਉੱਥੇ ਵੀ ਕੰਮ ਇਸੇ ਤਰ੍ਹਾਂ ਹੀ ਹੈ। ਅਸੀਂ ਵੈਸੇ ਬਣਾ ਗੁਰਦੁਆਰਿਆਂ ਨੂੰ ਵੀ ਘਰ ਹੀ ਦਿੱਤਾ ਹੈ, ਇੱਥੇ ਵੀ ਪਰਮਾਰਥ ਦੀ ਗੱਲ ਨਹੀਂ ਹੈ। ਰਾਹ ਦੀ ਗੱਲ ਇੱਥੇ ਵੀ ਬੜੀ ਘੱਟ ਹੈ। ਕਿਤੇ ਕਿਤੇ ਹੋਏਗਾ, ਗੁਰੂ ਦੀ ਕਿਰਪਾ ਹੋਵੇ ਵੀ ਗੁਰੂ ਅਸਥਾਨ, ਗੁਰੂ ਦਾ ਦੁਆਰਾ, ਕੋਈ ਥਾਂ ਇਸ ਤਰ੍ਹਾਂ ਦੀ ਮਿਲ ਜਾਏ ਜਿੱਥੇ ਜਾ ਕੇ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਿਖਾਣੀ ਹੈ। ਨਹੀਂ ਤੇ ਸੰਸਾਰ ਦੀਆਂ ਰੀਤਾਂ ਦੀਆਂ ਗੱਲਾਂ ਚੱਲਣਗੀਆਂ, ਪਰ ਜਿੱਥੇ ਗੁਰੂ ਗ੍ਰੰਥ ਸਾਹਿਬ ਨੇ ਜ਼ਿੰਦਗੀ ਦਾ ਪੰਧ ਮੁਕਾਉਣ ਦੀ ਗੱਲ ਕੀਤੀ ਹੈ, ਉਸ ਪਾਸੇ ਬਹੁਤ ਘੱਟ ਮਿਲੇਗਾ। ਇਸ ਕਰਕੇ ਗੁਰਸਿੱਖੀ ਦਾ ਰਸਤਾ ਕੀ ਹੈ? ਸਾਧ ਸੰਗਤ ਕਿਸ ਨੂੰ ਕਹਿੰਦੇ ਨੇ? ਗਾਡੀ ਰਾਹ ਕਿਸ ਨੂੰ ਕਹਿੰਦੇ ਨੇ? ਉਹਦਾ ਮਤਲਬ ਹੈ ਜਿਹੜੇ ਤੇਰੇ ਤੋਂ ਪਹਿਲਾਂ ਗਏ ਨੇ ਉਹਨਾਂ ਦਾ ਸਹਾਰਾ ਲੈ, ਜਿਹੜੇ ਅੱਜ ਮੌਜੂਦ ਨੇ ਉਹਨਾਂ ਦਾ ਸਹਾਰਾ ਲੈ, ਜਿਹੜੇ ਪਹਿਲਾਂ ਹੋ ਗੁਜ਼ਰੇ ਨੇ
ਉਹਨਾਂ ਦੀ ਜੀਵਨ ਗਾਥਾ ਵੀ ਤੈਨੂੰ ਸਹਾਰਾ ਦੇ ਸਕਦੀ ਹੈ। ਜਦੋਂ ਤੁਸੀਂ ਉਹਨਾਂ ਦੀ ਗੱਲ ਸੁਣੋਗੇ ਉਹਦੇ ਨਾਲ ਉਤਸ਼ਾਹ ਮਿਲੇਗਾ, ਬੰਦਾ ਅੱਗੇ ਤੁਰੇਗਾ, ਅੱਗੇ ਜਾਏਗਾ, ਉਹਦੇ ਵਿੱਚ ਵਾਧਾ ਹੋ ਜਾਏਗਾ। ਜਿਵੇਂ ਕਿ ਮਹਾਂਪੁਰਸ਼ਾਂ ਨੇ ਇੱਕ ਗੱਲ ਕਹੀ, ਮੈਂ ਸੁਣ ਰਿਹਾ ਸੀ, ਪੜ੍ਹ ਰਿਹਾ ਸੀ, ਉਹਨਾਂ ਨੇ ਕੁਝ ਦਿਨ ਬਹਿਣ ਵਾਸਤੇ ਕੈਂਪ ਲਾਇਆ ਸੀ ਵੀ ਨਿਤਨੇਮ ਦਾ ਸਿਮਰਨ ਦਾ ਅਭਿਆਸ ਕਰਨਾ। ਉਹ ਕੇਵਲ ਇੱਕ ਹਫ਼ਤੇ ਦਾ ਸੀ। ਹੁਣ ਤੁਹਾਨੂੰ ਪਤਾ ਹਫ਼ਤਾ ਆਪਾਂ ਕਿੱਥੋਂ ਬਹਿਣਾ ਹੈ? ਆਪਾਂ ਤੇ ਸਰੀਰ ਨੂੰ ਆਦਤ ਤੇ ਹੈ ਨਹੀਂ ਬਹਿਣ ਦੀ, ਚੌਂਕੜਾ ਨਹੀਂ ਕਦੀ ਲਾਇਆ, ਸਰੀਰ ਨੂੰ ਕਦੀ ਉਸ ਪਾਸੇ ਇਹਦਾ ਗੁਨਾਹ ਵੀ ਨਹੀਂ ਹੈ, ਉਸ ਪਾਸੇ ਲੈ ਕੇ ਨਹੀਂ ਗਏ ਕਦੀ। ਤਾਂ ਜਦੋਂ ਸਰੀਰ ਨੂੰ ਕਦੀ ਇੱਧਰ ਲਾਇਆ ਹੀ ਨਹੀਂ ਤੇ 1 ਘੰਟੇ ਵਿੱਚ ਆਪਾਂ 10 ਵਾਰੀ ਤੇ ਪਾਸੇ ਬਦਲਨੇ ਨੇ। ਤੇ ਫਿਰ 1 ਹਫ਼ਤਾ ਉਹਦੇ ਵਿੱਚ ਰੋਜ਼ 4-5 ਘੰਟੇ ਬਹਿਣਾ ਸੌਖੀ ਗੱਲ ਨਹੀਂ ਸੀ। ਉਹਨਾਂ ਜਦੋਂ ਵੇਖਿਆ ਫਿਰ ਉਹਨਾਂ ਇੱਕ ਉਦਾਹਰਨ ਦਿੱਤੀ, ਕਹਿਣ ਲੱਗੇ ਜਦੋਂ ਬੈਠਿਆਂ ਸਰੀਰ ਥੱਕ ਜਾਏ ਨਾ, ਉਸ ਵੇਲੇ ਆਪਣੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਿਆ ਕਰੋ, ਜਿਨ੍ਹਾਂ ਨੇ 28-29 ਸਾਲ ਬਕਾਲੇ ਵਿੱਚ ਬਹਿ ਕੇ ਭਜਨ ਬੰਦਗੀ ਕੀਤੀ ਸੀ। ਇੰਨੇ ਸਾਲ ਲਾ ਦਿੱਤੇ ਉਹਨਾਂ ਨੇ। ਜਿਸ ਗੁਰੂ ਨੇ ਇੰਨੇ ਸਾਲ ਲਾਏ, ਜਦੋਂ ਸਰੀਰ ਥੱਕੇ ਉਸ ਗੁਰੂ ਨੂੰ ਚੇਤੇ ਕਰਨਾ, ਗੁਰੂ ਤੇਗ ਬਹਾਦਰ ਸਾਹਿਬ ਨੂੰ, ਉਸ ਚੇਤੇ ਦੇ ਵਿੱਚੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਖਸ਼ਿਸ਼ ਤੁਹਾਡੇ ਸਰੀਰ ਵਿੱਚ ਵਰਤੇਗੀ ਤੇ ਤੁਹਾਡੇ ਵਿੱਚ ਬਹਿਣ ਦੀ ਸ਼ਕਤੀ ਪੈਦਾ ਹੋ ਜਾਏਗੀ। ਇਹਨੂੰ ਕਹਿੰਦੇ ਨੇ ਸਿਮਰਤੀ। ਧਿਆਨ ਦਿਓ, ਸਿਮਰਤੀ ਦੀ ਸ਼ਕਤੀ ਹੈ। ਸਰੀਰ ਦੇ ਵਿੱਚ ਬੜੀਆਂ ਸ਼ਕਤੀਆਂ ਨੇ, ਬੰਦਾ ਉਹਨਾਂ ਨੂੰ ਵਰਤਦਾ ਨਹੀਂ। ਸਿਮਰਤੀ ਦੇ ਅਰਥ ਨੇ ਯਾਦਾਸ਼ਤ, ਜੋ ਪਿੱਛੇ ਵਾਪਰਿਆ। ਸਿਮਰਤੀ ਦਾ ਅੱਗੇ ਕੋਈ ਸੰਬੰਧ ਨਹੀਂ। ਪਿੱਛੇ ਦੀ ਯਾਦ ਨੂੰ ਇੰਨੇ ਗੂੜੇ ਹੋ ਕੇ ਕਰਨਾ। ਕਈ ਵਾਰੀ ਤੁਸੀਂ ਵੇਖਿਆ ਹੋਵੇਗਾ ਕਿ ਇੱਧਰ ਕਿਸੇ ਸ਼ਬਦ ਦਾ ਗਾਇਨ ਹੁੰਦਾ ਹੈ, ਗੁਰਬਾਣੀ ਦਾ ਕੋਈ ਸ਼ਬਦ ਪੜਿਆ ਜਾਂਦਾ ਹੈ, ਤੇ ਪੜ੍ਹਦਿਆਂ ਪੜ੍ਹਦਿਆਂ ਕਈ ਵਾਰੀ ਸੰਗਤ ਦਾ ਮਨ ਇੰਨਾ ਉਸ ਸ਼ਬਦ ਵਿੱਚ ਟਿਕ ਜਾਂਦਾ ਹੈ, ਇੰਜ ਪ੍ਰਤੀਤ ਹੁੰਦਾ ਹੈ ਵੀ ਗੁਰੂ ਨਾਨਕ ਸਾਹਿਬ ਸਾਹਮਣੇ ਬੈਠੇ ਨੇ, ਮਰਦਾਨਾ ਰਬਾਬ ਵਜਾ ਰਿਹਾ ਤੇ ਸ਼ਬਦ ਹੁਣੇ ਹੀ ਗਾਇਆ ਜਾ ਰਿਹਾ। ਉਹਦਾ ਕੀ ਕਾਰਨ ਹੈ? ਸੁਣਨ ਵਾਲੇ ਦੀ ਜਿਹੜੀ ਸਰੋਤ ਹੈ ਨਾ, ਸਿਮਰਤੀ, ਜੋ ਪੂਰੀ ਤਰ੍ਹਾਂ 100% ਬਲਵਾਨ ਹੋ ਗਈ, ਕੰਮ ਕਰਨ ਲੱਗ ਪਈ, ਉਹਦੇ ਵਿੱਚ ਇੰਨੀ ਸ਼ਕਤੀ, ਉਹ 500-700 ਸਾਲ ਦਾ ਫਾਸਲਾ ਮੇਟ ਕੇ ਦੋਵਾਂ ਚੀਜ਼ਾਂ ਨੂੰ ਇੱਕ ਥਾਂ ਤੇ ਇਕੱਠੇ ਕਰ ਦੇਗੀ। ਅੱਜ ਵੀ ਬੰਦਾ ਪਿੱਛੇ ਜਾ ਸਕਦਾ ਹੈ, ਇਹ ਉਹਦੀ ਆਪਣੀ ਮਰਜ਼ੀ, ਉਹ ਕਿੰਨਾ ਕੁ ਤਾਕਤਵਰ ਹੈ। ਜਿੰਨਾ ਆਦਮੀ ਅੰਦਰੋਂ ਸੂਖਸ਼ਮ ਹੋਵੇਗਾ, ਇਕਾਗਰ ਹੋਵੇਗਾ, ਓਨੀ ਉਹਦੀ ਸ਼ਕਤੀ ਵੱਧ ਜਾਏਗੀ। ਜਿਵੇਂ ਤੱਤ ਨੇ, ਉਹਨਾਂ ਦੀ ਜਿੰਨੇ ਸੂਖਸ਼ਮ ਤੱਤ ਨੇ, ਉਹਨਾਂ ਦੀ ਤਾਕਤ ਜ਼ਿਆਦਾ ਵੱਧਦੀ ਹੈ। ਤਾਂ ਬੇਨਤੀ ਸਾਂਝੀ ਕਰ ਰਿਹਾ ਸਾਂ, ਜਿਹੜੇ ਪੁਰਾਣੇ, ਜਿਹੜੇ ਸਾਡੇ ਮਹਾਨ ਪੁਰਸ਼ ਹੋਏ ਨੇ, ਉਹਨਾਂ ਦੀ ਜ਼ਿੰਦਗੀ ਨੂੰ ਚੇਤੇ ਕਰਦਿਆਂ, ਜਦੋਂ ਕੋਈ ਮਨੁੱਖ ਧਰਮ ਦੇ ਰਾਹ ਤੇ ਤੁਰਦਾ ਹੈ, ਜਦੋਂ ਉਹਦਾ ਮਨ ਡੋਲਦਾ ਹੈ, ਉਦੋਂ ਜ਼ਰੂਰ ਚੇਤੇ ਕਰੇ ਆਪਣੇ ਵੱਡਿਆਂ ਨੂੰ, ਉੱਥੋਂ ਸ਼ਕਤੀ ਮਿਲੇਗੀ। ਇਸ ਕਰਕੇ ਸਿੱਖੀ ਦੇ ਅੰਦਰ ਗੁਰੂ ਧਾਮ ਬਣਾਏ ਗਏ, ਗੁਰਦੁਆਰੇ ਬਣਾਏ ਗਏ, ਔਰ ਉਹਦਾ ਕਾਰਨ ਇਹ ਸੀ, ਉਹਨਾਂ ਗੁਰਦੁਆਰਿਆਂ ਵਿੱਚ ਜਾ ਕੇ ਜੇ ਬੰਦੇ ਦਾ ਮਨ ਡੋਲ ਜਾਏ ਸਿੱਖੀ ਤੋਂ, ਤਾਂ ਉਹ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੇ ਅਸਥਾਨ ਤੇ ਝੁਕੇਗਾ ਤੇ ਉੱਥੋਂ ਸਿੱਖੀ ਦੀਆਂ ਤਰੰਗਾਂ ਉਹਦੇ ਮਨ ਦੇ ਵਿੱਚ ਪੈਦਾ ਹੋ ਕੇ ਉਹਨੂੰ ਤਾਕਤ ਬਖਸ਼ਿਸ਼ ਕਰ ਦੇਣਗੀਆਂ। ਪਰ ਜੇ ਅੰਦਰ ਪ੍ਰਯੋਜਨ ਹੋਵੇ ਸਿੱਖੀ ਕਮਾਉਣ ਦਾ, ਜੇ ਵੈਸੇ ਮੇਲਾ ਵੇਖਣਾ ਹੈ, ਯਾਤਰਾਵਾਂ ਕਰਨੀਆਂ ਨੇ, ਖਾਣਾ ਪੀਣਾ, ਛਕਣਾ ਛਕਾਉਣਾ, ਉਹ ਸਾਡੀ ਆਪਣੀ ਮਰਜ਼ੀ ਹੈ। ਮੈਂ ਬੇਨਤੀ ਸਾਂਝੀ ਕਰ ਰਿਹਾ ਸਾਂ, ਗੁਰਸਿੱਖੀ ਦਾ ਜਿਹੜਾ ਰਸਤਾ ਹੈ, ਗੁਰਮਤ ਦਾ ਜਿਹਨੂੰ ਗਾਡੀ ਰਾਹ ਕਿਹਾ ਜਾਂਦਾ ਹੈ, ਉਹਦਾ ਮਤਲਬ ਹੈ ਉਹਨਾਂ ਦੇ ਨਾਲ ਮਿਲ ਕੇ ਤੁਰੀ। ਤੇਰੇ ਅੰਦਰ ਤਾਕਤ ਨਹੀਂ, ਤੂੰ ਆਪ ਰਾਹ ਤੇ ਤੁਰ ਸਕੇ। ਇਸ ਕਰਕੇ ਗੁਰੂ ਨਾਨਕ ਸਾਹਿਬ ਜਿੱਥੇ ਵੀ ਗਏ, ਉੱਥੇ 2-4-10 ਦਿਨ ਰਹਿ, ਉਪਦੇਸ਼ ਦਿੱਤਾ, ਤੇ ਜਿੱਦਣ ਤੁਰਨ ਲੱਗੇ ਉੱਥੋਂ ਦੇ ਨਿਵਾਸੀ, ਉਹਨਾਂ ਦਾ ਮੋਹ ਪੈ ਗਿਆ ਗੁਰੂ ਨਾਨਕ ਸਾਹਿਬ ਦੇ ਨਾਲ। ਤੇ ਜਦੋਂ ਉਹਨਾਂ ਨੇ ਕਿਹਾ ਕਿ ਸਤਿਗੁਰੂ ਆਪ ਚੱਲੇ ਹੋ, ਸਾਨੂੰ ਕਿਹਦੇ ਲੜ ਲਾ ਕੇ ਚੱਲੇ ਹੋ, ਤੁਸੀਂ ਪਤਾ ਨਹੀਂ ਮੁੜ ਕੇ ਕਦੋਂ ਆਉਣਾ ਹੈ। ਦੂਰ ਦਰਾਡੇ ਜਦੋਂ ਗਏ ਤੇ ਉਸ ਥਾਂ ਤੇ ਸਤਿਗੁਰਾਂ ਨੇ ਤੁਰਨ ਲੱਗਿਆਂ ਇੱਕ ਬਚਨ ਕਿਹਾ ਸੀ, ਕਹਿਣ ਲੱਗੇ, ਜੇ ਮੇਰੇ ਉਪਦੇਸ਼ ਨੂੰ ਕਮਾਉਣਾ ਹੈ, ਜੇ ਰੱਬ ਨਾਲ ਜੁੜ ਕੇ ਰਹਿਣਾ ਹੈ,
ਤੇ ਇੱਕ ਗੱਲ ਯਾਦ ਰੱਖਿਆ, ਜੇ ਦੋਵੇਂ ਵਕਤ ਸੰਗਤ ਜ਼ਰੂਰ ਕਰਨੀ। ਸੰਗਤ ਦਾ ਮਤਲਬ ਸੀ ਸਾਧ ਸੰਗਤ, ਜਿੱਥੇ ਤੁਸੀਂ ਬੈਠੇ ਹੋ। ਇਹਦੇ ਰੂਪ ਕਈ ਨੇ, ਖੈਰ ਮੈਂ ਕਈ ਵਾਰੀ ਇਹਦਾ ਵਰਣਨ ਕਰ ਚੁੱਕਾ ਕਿ ਸਾਧ ਸੰਗਤ ਦਾ ਇੱਕ ਇਹ ਰੂਪ ਹੈ ਜਿੱਥੇ ਆਪ ਬੈਠੇ ਹੋ, ਜਿਹੜੀ ਵਿਆਪਕ ਸੰਗਤ ਹੈ। ਸਾਰੀ ਸੰਗਤ ਇਕੱਠੀ ਹੋ ਕੇ ਬਹਿੰਦੀ। ਇਹਦੇ ਅੰਦਰ ਜਗਿਆਸੂ ਵੀ ਨੇ, ਇਹਦੇ ਅੰਦਰ ਬਿਜ਼ਨਸਮੈਨ ਵੀ ਹੋਣਗੇ, ਵੀ ਅਰਦਾਸ ਕਰਾਉਣੀ ਆਇਆ ਸਿਰਫ ਆਪਾਂ। ਇਹਦੇ ਵਿੱਚ ਸ਼ਬਦ ਦੇ ਵਪਾਰੀ ਵੀ ਨੇ। ਇਹਦੇ ਅੰਦਰ ਕੋਈ ਦੁੱਖ ਸੁੱਖ ਵਾਲਾ ਵੀ ਆਉਂਦਾ ਹੈ, ਕੋਈ ਵਿਘਨ ਵੀ ਪੈ ਜਾਂਦਾ ਹੈ ਸੰਸਾਰਿਕ ਤੌਰ ਤੇ, ਉਹਨੂੰ ਵੀ ਆਉਣਾ ਪੈਂਦਾ ਹੈ। ਕਿਸੇ ਚੀਜ਼ ਦੀ ਜ਼ਰੂਰਤ ਪੈ ਗਈ, ਉਹ ਵੀ ਅਰਦਾਸ ਕਰਦਾ ਹੈ। ਇਹਨੂੰ ਕਹਿੰਦੇ ਨੇ ਵਿਆਪਕ ਸੰਗਤ। ਸੰਗਤ ਦੀ ਇੱਥੇ ਸਮਾਪਤੀ ਨਹੀਂ ਹੁੰਦੀ। ਇਹਦੇ ਤੋਂ ਅਗਲਾ ਹਿੱਸਾ ਸੰਗਤ ਦਾ ਕਿ ਇੱਕ ਸਿੱਖ ਦੋਏ ਸਾਧ ਸੰਗ। ਜੇ ਤੂੰ ਗੁਰੂ ਕੇ ਉਪਦੇਸ਼ ਨੂੰ ਵਾਕਈ ਜ਼ਿੰਦਗੀ ਵਿੱਚ ਹੰਡਾਉਣਾ ਹੈ ਤੇ ਤੈਨੂੰ ਇੱਕ ਉਪਰਾਲਾ ਕਰਨਾ ਪਏਗਾ। ਤੈਨੂੰ ਗੁਰਮੁਖਾਂ ਦੇ ਨਾਲ ਦੋਸਤੀ ਪਾਉਣੀ ਪਏਗੀ। ਗੁਰਮੁਖ ਸਿਉ ਕਰ ਦੋਸਤੀ, ਸਤਿਗੁਰ ਸਿਉ ਲਾਏ ਚਿੱਤ। ਜਿਸ ਗੁਰਸਿੱਖ ਦੀ ਕਿਸੇ ਗੁਰਸਿੱਖ ਨਾਲ ਮਿੱਤਰਤਾ ਨਹੀਂ, ਉਹ ਆਪਣੀ ਸਿੱਖੀ ਵਿੱਚ ਕੱਚਾ ਹੋਵੇਗਾ। ਕਦੀ ਵੇਖ ਲੈਣਾ। ਪਰ ਪੱਕਤਾ ਕਿੱਥੋਂ ਹੈ? ਪਰ ਪੱਕਤਾ ਹੈ ਕਿ ਇੱਕ ਵਿਆਪਕ ਸਾਧ ਸੰਗਤ ਵਿੱਚ ਆਉਣਾ। ਤੇ ਦੂਸਰਾ ਹਿੱਸਾ ਹੈ, ਦੂਸਰਾ ਤਰੀਕਾ ਹੈ ਕਿ ਆਪਣੇ ਸਮਾਜ ਵਿੱਚ, ਆਪਣੇ ਫੀਲਡ ਵਿੱਚ, ਜਿੱਥੇ ਆਪਾਂ ਕੰਮ ਕਰਨੇ ਆ, ਆਪਣੇ ਭਾਈਚਾਰੇ ਦੇ ਵਿੱਚ ਉਹਨਾਂ ਸਰੀਰਾਂ ਦੇ ਨਾਲ ਸਾਂਝ ਪਾ ਕੇ ਰੱਖਣੀ, ਉਹਨਾਂ ਸਰੀਰਾਂ ਦੇ ਨਾਲ ਦੋਸਤੀ ਪਾ ਕੇ ਰੱਖਣੀ ਜਿਹੜੇ ਸਿੱਖੀ ਕਮਾ ਰਹੇ ਨੇ। ਇਹਨੂੰ ਸਿਆਣਿਆਂ ਨੇ ਇੱਕ ਮੁਹਾਵਰਾ ਵਰਤਿਆ। ਉਹ ਕਹਿੰਦੇ ਵੈਸੇ ਇੱਕ ਤੇ ਇੱਕ ਨੂੰ ਜੋੜੀਏ ਦੋ ਬਣਦੇ ਨੇ, ਪਰ ਸਚਾਈ ਇਹ ਹੈ ਜੇ ਇੱਕ ਤੇ ਇੱਕ ਇਕੱਠੇ ਕਰ ਦਈਏ ਤੇ 11 ਬਣ ਜਾਂਦੇ ਨੇ। ਇੰਨੀ ਸ਼ਕਤੀ ਹੈ ਸੰਗਤ ਦੇ ਅੰਦਰ। ਜੇ ਇੱਕ ਦੂਜੇ ਨਾਲ ਜੁੜੇਗਾ ਤੇ 11 ਗੁਣਾ ਸ਼ਕਤੀ ਵੱਧ ਜਾਏਗੀ। ਸੰਗਤ ਵਿੱਚ ਇੰਨੀ ਸ਼ਕਤੀ ਹੈ। ਇਸ ਕਰਕੇ ਸੰਗਤ ਦਾ ਇੱਕ ਹਿੱਸਾ ਹੈ ਜਿੱਥੇ ਆਪ ਬੈਠੇ, ਉਹਨੂੰ ਕਹਿੰਦੇ ਵਿਆਪਕ ਸੰਗਤ। ਇਹਦੇ ਵਿੱਚ ਨਾਮ ਦੇ ਵਪਾਰੀ ਵੀ ਨੇ, ਇਹਦੇ ਵਿੱਚ ਕੁਝ ਐਸੇ ਵੀ ਨੇ ਚਲੋ ਥੋੜਾ ਜਿਹਾ ਘਰ ਬਹਿ ਕੇ ਅੱਕ ਗਏ, ਗੁਰਦੁਆਰੇ ਹੋ ਕੇ ਆਈਏ, ਪੈਰ ਖੁੱਲ ਜਾਣਗੇ, ਸੈਰ ਹੋ ਜਾਏਗੀ, ਉਹ ਵੀ ਆਉਂਦੇ ਨੇ। ਇਹਦੇ ਵਿੱਚ ਉਹ ਵੀ ਆਉਂਦੇ ਨੇ, ਕੋਈ ਸਰੀਰਕ ਤੰਗੀ ਹੈ ਉਹਨੂੰ ਵੀ ਆਉਣਾ ਪੈਂਦਾ, ਕੋਈ ਸੰਸਾਰ ਦੀ ਲੋੜ ਪੈ ਗਈ ਉਹਨੇ ਵੀ ਅਰਦਾਸ ਕਰਾਉਣੀ ਇੱਥੇ ਆ ਕੇ। ਹੋਰ ਕਈ ਤਰ੍ਹਾਂ ਦੇ ਕੰਮ ਨੇ, ਕੋਈ ਸੇਵਾ ਕਰਨ ਆਉਂਦਾ ਹੈ। ਇਹ ਹੈ ਸੰਗਤ ਦਾ ਵਿਆਪਕ ਰੂਪ। ਪਰ ਦੂਜਾ ਹਿੱਸਾ ਸਾਡੀ ਕੌਮ ਦੇ ਵਿੱਚੋਂ ਖਤਮ ਹੋ ਗਿਆ। ਤਾਂ ਹੀ ਤੇ ਪਰਮਾਰਥ ਦਾ ਕੋਈ ਪੰਧ ਨਹੀਂ ਤੈਅ ਹੁੰਦਾ, ਸਾਧ ਸੰਗਤ ਨਹੀਂ ਹੈ। ਦੂਸਰਾ ਹਿੱਸਾ ਇੱਕ ਸਿੱਖ ਦੋਇ ਸਾਧ ਸੰਗ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸੀ ਨਾਮ ਰਤੇ ਸਿੱਧ ਗੋਸ਼ਟ ਹੋਏ। ਜਦੋਂ ਉਹਨਾਂ ਨੇ ਸਿੱਧ ਗੋਸ਼ਟੀ ਕੀਤੀ ਸਿੱਧਾਂ ਦੇ ਨਾਲ, ਜਦੋਂ ਚੜ੍ਹੇ ਸਨ ਉਦਾਸੀਆਂ ਤੇ ਸਤਿਗੁਰਾਂ ਨੂੰ ਕਿਸੇ ਪੁੱਛਿਆ ਰੱਬ ਨਾਲ ਤੁਸੀਂ ਇੱਕਮਿਕ ਹੋ ਗਏ ਹੋ ਤੇ ਤੁਹਾਨੂੰ ਤੁਰਨ ਦੀ ਕੀ ਲੋੜ ਹੈ, ਜਾਣ ਦੀ ਕੀ ਲੋੜ ਹੈ? ਤੇ ਉਹਨਾਂ ਨੇ ਬਚਨ ਕਿਹਾ ਸੀ, ਕਹਿੰਦੇ ਗੁਰਮੁਖ ਖੋਜਤ ਭਏ ਉਦਾਸੀ। ਮੈਂ ਤਾਂ ਉਦਾਸੀ ਕੀਤੀ ਏ ਕਿ ਮੈਂ ਆਪਣੇ ਸਿੱਖਾਂ ਨੂੰ ਜਾਚ ਦੱਸ ਰਿਹਾ ਕਿ ਜੇ ਤੁਸੀਂ ਇਸ ਮਾਰਗ ਤੇ ਜਾਣਾ ਹੈ ਤਾਂ ਤੁਹਾਨੂੰ ਗੁਰਮੁਖਾਂ ਦੀ ਖੋਜ ਕਰਨੀ ਪਏਗੀ। ਉਹਨਾਂ ਨੂੰ ਆਪ ਜ਼ਰੂਰਤ ਨਹੀਂ ਸੀ, ਆਪ ਉਹਨਾਂ ਨੂੰ ਲੋੜ ਨਹੀਂ ਸੀ, ਪਰ ਉਹਨਾਂ ਨੇ ਸਾਨੂੰ ਦੱਸਿਆ ਕਿ ਇਕੱਲਾ ਆਪ ਹੀ ਆਪਣੇ ਘਰ ਦੇ ਕੋਨੇ ਵਿੱਚ ਬੈਠ ਕੇ ਨਾ ਸੋਚੀ ਕਿ ਮੈਂ ਧਰਮ ਦੇ ਮਾਰਗ ਤੇ ਕਿਤੇ ਸਫਲ ਹੋ ਜਾਵਾਂਗਾ। ਇਕੱਲਾ ਕਦੀ ਕੋਈ ਰਾਹ ਤੇ ਸਫਲ ਨਹੀਂ ਹੋਇਆ, ਸਾਧ ਸੰਗਤ ਕਰਨੀ ਪਏਗੀ। ਇਸ ਕਰਕੇ ਧਿਆਨ ਦਿਓ, ਸਤਿਗੁਰਾਂ ਨੇ ਦੱਸਿਆ ਗੁਰਮਤਿ ਗਾਡੀ ਰਾਹ ਕਿਹੜਾ ਹੈ। ਕਿਸ ਨੂੰ ਗੁਰਮਤਿ ਦਾ ਰਾਹ ਕਹਿੰਦੇ ਨੇ? ਉਹ ਕਹਿੰਦੇ ਕਬੀਰ ਸੰਤ ਕੀ ਗੈਲ ਨਾ ਛੋੜੀਐ, ਮਾਰਗ ਲਾਗਾ ਜਾਓ। ਗੈਲ ਦਾ ਅਰਥ ਹੁੰਦਾ ਉਹਨਾਂ ਗੱਡਿਆਂ ਦਾ ਰਸਤਾ ਜਿਨ੍ਹਾਂ ਦੀ ਲੀਹ ਪੈ ਜਾਏ। ਮੈਂ ਭਗਤ ਜੀ ਦਾ ਇੱਕ ਸ਼ਬਦ ਹੋਰ ਆਪ ਜੀ ਨਾਲ ਸਾਂਝਾ ਕਰਾਂ। ਵਿਸ਼ਾ ਚੱਲ ਰਿਹਾ ਹੈ, ਜਦੋਂ ਬੰਦਾ ਧਾਰਮਿਕ ਮਾਰਗ ਤੇ ਤੁਰਦਾ ਹੈ, ਸੰਸਾਰ ਦੀਆਂ ਰੀਤਾਂ ਤੇ ਵਡਿਆਈਆਂ ਉਹਨੂੰ ਤੁਰਨ ਨਹੀਂ ਦਿੰਦੀਆਂ, ਕਿਉਂਕਿ ਮਨ ਵਿੱਚ ਕਮਜ਼ੋਰੀ ਹੈ, ਮਨ ਦੇ ਵਿੱਚ ਹਿੰਮਤ ਨਹੀਂ। ਉਸ ਵੇਲੇ ਜਗਿਆਸੂ ਕੀ ਕਰੇ ਜਦੋਂ ਉਹ ਇਸ ਰਾਹ ਤੇ ਤੁਰ ਨਹੀਂ ਸਕਦਾ? ਕਿਉਂਕਿ ਤਾਕਤ ਤੇ ਆਉਣੀ ਹੈ ਨਾਮ ਦੇ ਨਾਲ। ਤਾਕਤ ਜਿਹੜੀ ਹੈ ਨਾ, ਇਹ ਤੇ ਚੌਥੀ ਕਲਾਸ ਹੈ ਕਿ ਜਿੱਥੇ ਕੱਲ ਆਪਾਂ ਵਿਚਾਰ ਕੀਤੀ ਸੀ, ਸੰਤ ਉਹਨੂੰ ਕਹਿੰਦੇ ਨੇ ਭਾਵੇਂ ਉਹਨੂੰ ਕਰੋੜਾਂ ਮਨਮੁਖ ਮਿਲ ਪੈਣ,
पर ਉਹਦੇ ਮਨ ਦੇ ਉੱਤੇ ਮਨਮੁਖਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ, ਉਹ ਬੜੀ ਦੂਰ ਦੀ ਗੱਲ ਹੈ। ਉਹ ਚੌਥੀ ਅਵਸਥਾ ਹੈ। ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਵਿੱਚ ਤਾਂ ਹੀ ਇਹ ਗੱਲ ਕਹੀ ਕਿ ਪਹਿਲਾ ਧਰਮ ਖੰਡ ਨੂੰ ਕਮਾਏ, ਫਿਰ ਗਿਆਨ ਖੰਡ ਵਿੱਚ ਜਾਏਗਾ, ਫਿਰ ਸ਼ਰਮ ਖੰਡ ਵਿੱਚ ਜਾਏਗਾ ਤੇ ਤਾਂ ਉਸ ਤੋਂ ਅੱਗੇ ਫਿਰ ਕਰਮ ਖੰਡ ਵਿੱਚ ਜਾਏਗਾ। ਕਿਉਂਕਿ ਕਰਮ ਖੰਡ ਕੀ ਬਾਣੀ ਜ਼ੋਰ, ਉੱਥੇ ਫਿਰ ਜ਼ੋਰ ਆ ਜਾਂਦਾ ਬੰਦੇ ਵਿੱਚ, ਤਾਕਤ ਆ ਜਾਂਦੀ ਹੈ। ਫਿਰ ਨਹੀਂ ਪਰਵਾਹ ਕਰਦਾ ਉਹ ਮਨੁੱਖ ਸੰਸਾਰ ਦੀ, ਪਰ ਉਹਦੇ ਤੋਂ ਪਹਿਲਾਂ ਕਮਜ਼ੋਰ ਹੈ। ਉਸ ਅਵਸਥਾ ਵਿੱਚ ਆਦਮੀ ਕੀ ਕਰੇ? ਹੋਰ ਥੋੜੀ ਜਿਹੀ ਇਹਦੇ ਉੱਤੇ ਵਿਚਾਰ ਆਪਾਂ ਸਾਂਝੀ ਕਰੀਏ ਕਿ ਇਹਦਾ ਹੱਲ ਕੀ ਹੈ ਕਿ ਵਿਅਕਤੀ ਧਰਮ ਦੇ ਮਾਰਗ ਤੇ ਇਕੱਲਾ ਨਹੀਂ ਤੁਰ ਸਕਦਾ। ਭਗਤ ਜੀ ਨੇ ਇੱਕ ਹੋਰ ਉਦਾਹਰਨ ਦਿੱਤੀ। ਉਹ ਕਹਿੰਦੇ ਨੇ ਘਟ ਅਬ ਘਟ ਡੂਗਰ ਘਣਾ ਇੱਕ ਨਿਰਗੁਣ ਬੈਲ ਹਮਾਰ। ਅਬ ਘਟ ਕਹਿੰਦੇ ਨੇ ਪਹਾੜੀ ਇਲਾਕੇ ਨੂੰ, ਡੂਗਰ ਕਹਿੰਦੇ ਨੇ ਉੱਚੇ ਉੱਚੇ ਪਹਾੜਾਂ ਦੇ ਰਾਹ ਨੂੰ। ਭਗਤ ਜੀ ਕਹਿਣ ਲੱਗੇ ਪਰਮਾਤਮਾ ਦਾ ਜਿਹੜਾ ਰਾਹ ਹੈ ਉਹ ਇਸ ਤਰ੍ਹਾਂ ਦਾ ਜਿਵੇਂ ਪਹਾੜੀ ਰਸਤਾ ਹੁੰਦਾ ਹੈ, ਕਿਤੇ ਉੱਚਾ ਆ ਜਾਂਦਾ ਹੈ ਫਿਰ ਨੀਵਾਂ ਆ ਜਾਂਦਾ। ਤੁਸੀਂ ਜਾਓਗੇ ਪਹਾੜਾਂ ਵਿੱਚ ਯਾਤਰਾ ਕਰਨ ਵਾਸਤੇ, ਉਹਨਾਂ ਨੇ ਖਬਰ ਦਿੱਤੀ ਹੈ ਕਿ ਰੱਬ ਦਾ ਰਾਹ ਹੀ ਇਸ ਤਰ੍ਹਾਂ ਦਾ ਹੈ। ਕਈ ਵਾਰੀ ਬੰਦਾ ਸੋਚਦਾ ਹੈ, ਥੋੜਾ ਜਿਹਾ ਮਨ ਟਿਕਣ ਲੱਗਾ ਤਾਂ ਸੋਚਦਾ ਕਾਮਯਾਬੀ ਮਿਲ ਗਈ, ਨਹੀਂ। ਕਈ ਵਾਰੀ ਚੜ੍ਹਾਈ ਆਏਗੀ ਤੇ ਚੜ੍ਹਾਈ ਤੋਂ ਬਾਅਦ ਬੰਦਾ ਉਤਰੇਗਾ, ਅੱਗੇ ਹੋਰ ਚੜ੍ਹਾਈ ਹੈ ਅਜੇ, ਉਹਨੂੰ ਸਮਝ ਨਹੀਂ ਆਉਂਦੀ। ਇਸ ਕਰਕੇ ਇਹ ਕੋਈ ਵਿਹਲੜ ਲੋਕਾਂ ਦਾ ਵਿਸ਼ਾ ਹੈ ਨਹੀਂ ਧਰਮ ਜਿਹੜਾ, ਜਿਹੜੇ ਸਿਰਫ ਟਾਈਮ ਪਾਸ, ਇਹ ਵਿਸ਼ਾ ਸੀ ਪੂਰੀ ਸਟੱਡੀ ਕਰਨ ਵਾਲੇ ਲੋਕਾਂ ਦਾ, ਜਿਨ੍ਹਾਂ ਨੇ ਜੀਵਨ ਨੂੰ ਪੂਰਾ ਆਪਣਾ ਦਾਅ ਤੇ ਲਾਉਣਾ ਹੈ। ਪ੍ਰਾਪਤੀ ਉਹਨਾਂ ਨੂੰ ਹੋਣੀ ਹੈ, ਨਹੀਂ ਤੇ ਗੁਰੂ ਸਾਹਿਬ ਵੀ ਕਹਿੰਦੇ ਨੇ ਆਈ ਜੋ ਜਾਈ ਜੋ, ਮੈਂ ਤੁਹਾਨੂੰ ਕੀ ਦੇਣਾ ਹੈ। ਜਿਵੇਂ ਦਾ ਆਦਮੀ ਹੈ ਗੁਰੂ ਵੀ ਉਸ ਤਰ੍ਹਾਂ ਦਾ ਹੋ ਜਾਂਦਾ ਹੈ, ਕਿਉਂਕਿ ਗੁਰੂ ਉਹਨਾਂ ਚਿਰ ਦੇ ਨਹੀਂ ਸਕਦਾ ਜਿੰਨਾ ਚਿਰ ਸਿੱਖ ਲੈਣ ਵਾਸਤੇ ਤਿਆਰ ਨੇ, ਉਹਨਾਂ ਚਿਰ ਦੇਗਾ ਕੀ। ਇਸ ਕਰਕੇ ਇਹ ਮਾਰਗ ਜਿਹੜਾ ਹੈ ਪਹਾੜੀ ਰਸਤਾ ਹੈ, ਧਰਮ ਦਾ ਮਾਰਗ। ਕਿਤੇ ਚੜ੍ਹਾਈ ਹੈ ਫਿਰ ਉਤਰਾਈ, ਫਿਰ ਚੜ੍ਹਾਈ ਆ ਸਕਦੀ ਫਿਰ ਉਤਰਾਈ। ਕਈ ਵਾਰੀ ਮਨੁੱਖ ਥੋੜਾ ਜਿਹਾ ਰੰਗ ਰੰਗੀਲੇ ਜਿਹੇ ਕੱਪੜੇ ਪਾ ਕੇ ਸੋਚ ਲੈਂਦਾ ਵੀ ਅਸੀਂ ਹੁਣ ਖਾਲਸੇ ਹੋ ਗਏ ਹਾਂ। ਹਜ਼ੂਰ ਨੇ ਕਿਹਾ ਅਜੇ ਤੇ ਸ਼ੁਰੂਆਤ ਹੋਈ ਹੈ, ਤੂੰ ਕਿੱਥੇ ਰਾਹ ਵਿੱਚ ਬੈਠ ਗਿਆ ਸੜਕ ਦੇ ਕਿਨਾਰੇ ਤੇ, ਅਜੇ ਤਾਂ ਗੱਲ ਸ਼ੁਰੂ ਹੋਈ, ਹੰਕਾਰ ਪਹਿਲਾਂ ਹੀ ਆ ਗਿਆ, ਅਜੇ ਤੱਕ ਕਦਮ 4 ਵੀ ਨਹੀਂ ਗਿਆ, ਤੂੰ ਤੇ ਪਹਿਲੇ ਪੜਾਅ ਦੇ ਉੱਤੇ ਬਹਿ ਗਿਓ, ਪਹਿਲਾਂ ਹੀ ਮਾਣ ਆ ਗਿਆ। ਇਹਦਾ ਖਿਆਲ ਰੱਖਣਾ ਚਾਹੀਦਾ। ਬਚਨ ਕੀਤੇ ਘਟ ਅਬ ਘਟ ਡੂਗਰ ਘਨਾ ਇੱਕ ਨਿਰਗੁਣ ਬੈਲ ਹਮਾਰ। ਤੇ ਜਿਸ ਮਨ ਨੇ ਇਸ ਰਾਹ ਤੇ ਸਫ਼ਰ ਕਰਨਾ ਹੈ ਉਹ ਕਮਜ਼ੋਰ ਬੜਾ ਹੈ, ਉਹਦੇ ਵਿੱਚ ਤਾਕਤ ਕੋਈ ਨਹੀਂ, ਮਨ ਬੜਾ ਕਮਜ਼ੋਰ ਡੋਲਦਾ ਹੈ। ਔਰ ਫਿਰ ਇੱਕ ਹੋਰ ਵੀ ਸਹਾਰਾ ਦਿੱਤਾ, ਕਹਿਣ ਲੱਗੇ ਜੇ ਮਨ ਡੋਲੇ ਤੇ ਅਰਦਾਸ ਰਸਤਾ ਹੈ, ਇੱਕੋ ਹੀ ਰਾਹ ਹੈ ਅਰਦਾਸ ਕਰਨੀ। ਬੇਨਤੀ ਸਾਂਝੀ ਕਰ ਰਿਹਾ ਸਾਂ, ਉਦਾਹਰਨ ਦਿੱਤੀ ਉਸ ਪਹਾੜੀ ਰਾਹ ਦੀ। ਰਮਈਏ ਸਿਓ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ। ਫਿਰ ਇੱਕੋ ਰਾਹ ਹੈ ਅਰਦਾਸ ਕਰ, ਡੰਡੌਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਅਰਦਾਸ ਉਹਦਾ ਰਸਤਾ ਹੈ। ਇਸ ਕਰਕੇ ਗੁਰੂ ਸਾਹਿਬ ਨੇ ਅੱਜ ਬਚਨ ਕੀਤੇ, ਕਹਿੰਦੇ ਨਾਨਕ ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ। ਇਸ ਮਾਰਗ ਤੇ ਕਾਮਯਾਬ ਹੋਣ ਵਾਸਤੇ ਸੰਸਾਰ ਦੀ ਸ਼ੋਹਰਤ ਨੂੰ, ਸੰਸਾਰ ਦੀ ਵਡਿਆਈ ਨੂੰ ਸਾੜ ਦੇ, ਖਤਮ ਕਰ ਦੇ। ਇੱਕ ਸਿੱਖ ਦਾ ਜ਼ਿਕਰ ਆਉਂਦਾ ਹੈ ਜਿਹਨੂੰ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਕਿ ਤੂੰ ਸਿੱਖੀ ਦਾ ਜਹਾਜ਼ ਹੈ, ਧਿਆਨ ਦਿਓ। ਵੈਸੇ ਭੱਟਾਂ ਨੇ ਇਹ ਕਿਹਾ ਹੈ ਕਿ ਗੁਰੂ ਅਰਜਨ ਦੇਵ ਜੀ ਆਪ ਸਿੱਖੀ ਦੇ ਜਹਾਜ਼ ਨੇ। ਉਹਨਾਂ ਦੀ ਬਾਣੀ ਪੜ੍ਹਦੇ ਆ ਤੇ ਉਹ ਕਹਿੰਦੇ ਨੇ ਕਲਯੁਗ ਜਹਾਜ਼ ਅਰਜਨ ਗੁਰੂ। ਗੁਰੂ ਅਰਜਨ ਦੇਵ ਜੀ ਕਲਯੁਗ ਦੇ ਜਹਾਜ਼ ਨੇ। ਕਿਹਦੇ ਵਾਸਤੇ? ਕਹਿੰਦੇ ਸਗਲ ਸ੍ਰਿਸ਼ਟ ਲਗ ਬੇ ਤਰੋਂ, ਸਾਰੀ ਸ੍ਰਿਸ਼ਟੀ ਜੇ ਚੜ੍ਹੇ ਤੇ ਉਹਨਾਂ ਉੱਤੇ ਤਰ ਸਕਦੀ ਹੈ। ਕਹਿਣ ਨਾਲ ਨਹੀਂ ਹੋਏਗਾ। ਨਾਨਕ ਨਾਮ ਜਹਾਜ਼ ਹੈ, ਅਸੀਂ ਹਰ ਰੋਜ਼ ਪੜ੍ਹਦੇ ਰਹਿੰਦੇ ਹਾਂ, ਨਾਮ ਜਹਾਜ਼ ਹੈ। ਪਰ ਅਗਲੀ ਪੰਕਤੀ ਵੱਲ ਧਿਆਨ ਨਹੀਂ ਦਿੰਦੇ। ਜਹਾਜ਼ ਉਹਨਾਂ ਚਿਰ ਕੀ ਕਰੇਗਾ ਜੇ ਉੱਤੇ ਪੈਰ ਹੀ ਨਾ ਰੱਖਿਆ ਤੇ। ਚੜ੍ਹੇ ਸੋ ਉਤਰੇ ਪਾਰ,
ਅੱਗੇ ਵਾਲੀ ਪੰਕਤੀ ਬੰਦਾ ਭੁੱਲ ਜਾਂਦਾ, ਬਸ ਇਹ ਗਾਉਂ ਕੇ ਸਾਰ ਲੈਂਦਾ। ਬੜਾ ਸੋਹਣਾ ਲੱਗਦਾ, ਨਾਨਕ ਨਾਮ ਜਹਾਜ਼ ਹੈ, ਗੁਰੂ ਜਹਾਜ਼ ਹੈ। ਜਹਾਜ਼ ਖੜਾ ਹੈ ਸਮੁੰਦਰ ਦੇ ਕਿਨਾਰੇ ਤੇ, ਅਸੀਂ ਗਏ ਜਹਾਜ਼ ਨੂੰ ਵੇਖਿਆ, ਜਹਾਜ਼ ਨੂੰ ਮੱਥਾ ਟੇਕਿਆ, ਜਹਾਜ਼ ਦੀ ਪਰਿਕਰਮਾ ਕੀਤੀ, ਹੋਰ ਬੜਾ ਕੁਝ ਕਰ ਲਿਆ। ਤੇ ਜਦੋਂ ਕਿਸੇ ਨੇ ਕਿਹਾ ਭਾਈ ਮੱਥਾ ਟੇਕ ਕੇ ਤੁਰ ਚੱਲਣਾ, ਜਹਾਜ਼ ਦੀ ਟਿਕਟ ਨਹੀਂ ਲੈਣੀ, ਚੜ੍ਹਨਾ ਨਹੀਂ, ਇਹਦੇ ਤੇ ਸਫ਼ਰ ਨਹੀਂ ਕਰਨਾ, ਤਾਂ ਅੱਗੋਂ ਜਵਾਬ ਮਿਲੇਗਾ ਜੀ ਅਸੀਂ ਤਾਂ ਵੇਖਣ ਆਏ ਸੀ, ਸਿਰਫ ਵੇਖਣਾ ਸੀ, ਸਿਰਫ ਸਫ਼ਰ ਨਹੀਂ ਕਰਨਾ, ਉੱਤੇ ਨਹੀਂ। ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਉਪਦੇਸ਼ ਹੈ, ਅਸੀਂ ਵੇਖਣ ਵਾਸਤੇ ਆਉਂਦੇ ਹਾਂ ਸਿਰਫ, ਤੇ ਸੁਣਨ ਵਾਸਤੇ। ਉਹਦੇ ਉੱਤੇ ਆਪਣੀ ਸੁਰਤ ਨੂੰ ਸਵਾਰ ਵੀ ਕਰਨਾ ਹੈ ਕਿ ਨਹੀਂ, ਸੰਬੰਧ ਵੀ ਜੋੜਨਾ ਹੈ ਕਿ ਨਹੀਂ, ਇਹਦੇ ਨਾਲ ਸਾਡਾ ਕੋਈ ਵਾਸਤਾ ਨਹੀਂ। ਵੈਸੇ ਅਰਦਾਸ ਦੇ ਤੇ ਅਰਥ ਹੀ ਇਹ ਹੁੰਦੇ ਨੇ ਕਿ ਜਿਹੜਾ ਬੰਦਾ ਅਰਦਾਸ ਕਰ ਰਿਹਾ ਹੈ, ਗੁਰੂ ਉਹਦੀ ਗੱਲ ਸੁਣੇ ਤੇ ਗੁਰੂ ਉਹਦੇ ਨਾਲ ਗੱਲ ਕਰੇ ਵੀ, ਫਿਰ ਅਰਦਾਸ ਬਣਦੀ ਹੈ। ਪਰ ਸਾਡੀਆਂ ਤੇ ਅਰਦਾਸਾਂ ਵੀ ਇਹੋ ਜਿਹੀਆਂ, ਅਸੀਂ ਇਕੱਲੇ ਕਰਕੇ ਦੌੜ ਜਾਂਦੇ ਹਾਂ, ਇਹ ਪਤਾ ਵੀ ਨਹੀਂ ਵੀ ਗੁਰੂ ਨੇ ਕੀ ਕਿਹਾ, ਅੱਗੋਂ ਜਵਾਬ ਕੀ ਦਿੱਤਾ ਹੈ। ਅਪੀਲ ਤਾਂ ਉਹ ਹੈ ਨਾ, ਵੇਖੋ ਅਪੀਲ ਦੇ ਅਰਥ ਕੀ ਨੇ? ਅਰਦਾਸ ਕਰਨੀ। ਅਪੀਲ ਉਹ ਕਰਦਾ ਜਿਹੜਾ ਦੋਸ਼ੀ ਹੈ, ਉਹਦਾ ਮਤਲਬ ਹੁੰਦਾ ਕਿ ਮੈਂ ਗੁਨਾਹ ਕਰ ਲਿਆ, ਮੰਨ ਲੈਂਦਾ ਉਹ, ਕੋਈ ਉਹਦਾ ਵਕੀਲ ਨਹੀਂ, ਕੋਈ ਉਹਦੀ ਬਹਿਸ ਨਹੀਂ, ਆਪਣੇ ਗੁਨਾਹ ਨੂੰ ਮੰਨਦਾ ਹੈ, ਅਪੀਲ ਕਰਦਾ ਹੈ, ਅਰਦਾਸ ਕਰ ਦਿੰਦਾ ਹੈ। ਇਹ ਹੁਣ ਜੱਜ ਦੀ ਮਰਜ਼ੀ ਹੈ ਕਿ ਛੱਡਣਾ ਹੈ ਕਿ ਨਹੀਂ। ਪਰ ਸਾਡੀ ਤੇ ਅਪੀਲ ਵੀ ਬੜੀ ਅਸਚਰਜ ਹੈ, ਅਰਦਾਸ ਵੀ ਬੜੀ ਹੈਰਾਨੀਜਨਕ ਹੈ ਕਿ ਅਪੀਲ ਕਰਨ ਵਾਲਾ ਅਪੀਲ ਕਰਦਾ ਤੇ ਜੱਜ ਦਾ ਹੁਕਮ ਉਡੀਕਦੇ ਹੀ ਨਹੀਂ, ਪਰਵਾਹ ਹੀ ਨਹੀਂ ਕਰਦਾ ਉਹਦੀ। ਆਇਆ ਅਰਦਾਸ ਕੀਤੀ ਜਾਂ ਕਰਾਈ, ਪਰ ਜੋ ਕੁਝ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਹਾ ਜਾ ਰਿਹਾ ਹੈ, ਸੁਣਨ ਵਾਸਤੇ ਉਹਨੂੰ ਬੰਦਾ ਤਿਆਰ ਨਹੀਂ। ਇਸ ਕਰਕੇ ਸਿਆਣੇ ਕਹਿੰਦੇ ਨੇ ਕਿ ਬਾਪ ਤੇ ਬੇਟੇ ਦਾ ਇੱਕ ਸਭ ਤੋਂ ਵੱਡਾ ਦੁੱਖ ਕੀ ਹੈ ਕਿ ਉਹ ਪੁੱਤਰ ਉਹਨੂੰ ਕਹਿੰਦਾ ਹੈ ਤੈਨੂੰ ਮੈਂ ਖਾਣ ਵਾਸਤੇ ਸਭ ਕੁਝ ਦਿਆਂਗਾ, ਪਰ ਮੈਂ ਤੇਰੀ ਗੱਲ ਨਹੀਂ ਸੁਣਨੀ, ਗੱਲ ਤੇਰੀ ਬਿਲਕੁਲ ਨਹੀਂ ਸੁਣਨੀ। ਤਾਂ ਉਸ ਬਜ਼ੁਰਗ ਨੂੰ ਕੋਈ ਪੁੱਛ ਕੇ ਵੇਖੇ ਵੀ ਤੈਨੂੰ ਸਭ ਕੁਝ ਮਿਲਦਾ ਹੈ, ਸੋਨੇ ਦੀ ਥਾਲੀ ਵਿੱਚ ਪ੍ਰਸ਼ਾਦਾ ਮਿਲਦਾ, ਸਭ ਕੁਝ ਠੀਕ ਠਾਕ ਚੱਲਦਾ, ਉਹ ਕਹੇਗਾ ਮਿਲਦਾ ਸਭ ਕੁਝ ਹੈ ਪਰ ਮੇਰੀ ਗੱਲ ਕੋਈ ਨਹੀਂ ਸੁਣਦਾ। ਇਹ ਬਹੁਤ ਵੱਡਾ ਦੁੱਖ ਹੈ ਉਹਦੇ ਵਾਸਤੇ। ਇਸੇ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਲਦਾ ਤੇ ਸਾਰਾ ਕੁਝ ਸਾਡੇ ਕੋਲੋਂ, ਸਭ ਕੁਝ ਦਿੰਦੇ ਆ, ਦੇਣਾ ਚਾਹੀਦਾ ਹੈ, ਸਭ ਕੁਝ ਦਿੰਦੇ ਆ, ਰੁਮਾਲੇ ਵੀ ਭੇਟ ਕਰਨੇ ਆ, ਏਸੀ ਵੀ ਲਵਾ ਦਿੰਦੇ ਆ, ਠੰਡ ਵਿੱਚ ਹੀਟਰ ਵੀ ਲਵਾਉਣ ਨੂੰ ਤਿਆਰ ਆ, ਹੋਰ ਵੀ ਜੋ ਕੁਝ ਚਾਹੀਦਾ ਹੈ ਭੇਜ ਦਿਆਂਗੇ। ਇਹ ਇੱਕ ਚੰਗੀ ਗੱਲ ਹੈ, ਵੈਸੇ ਪਿਆਰ ਬਣਦਾ ਗੁਰੂ ਨਾਲ ਦਈਏ ਤਾਂ ਗਲਤ ਨਹੀਂ, ਪਰ ਅਸੀਂ ਸਭ ਕੁਝ ਦੇ ਦਿਆਂਗੇ। ਪਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਸੁਣਨ ਦੀ ਗੱਲ ਆਵੇਗੀ ਨਾ, ਉੱਥੇ ਸਿੱਖ ਸੁਣਨ ਵਾਸਤੇ ਤਿਆਰ ਨਹੀਂ ਹੋਵੇਗਾ। ਬੜੇ ਥੋੜੇ ਲੋਕ ਨੇ ਜਿਹੜੇ ਸਿੱਖੀ ਨੂੰ ਸੁਣਨਾ ਚਾਹੁੰਦੇ ਨੇ, ਨਹੀਂ ਤਾਂ ਦਾਨੀਆਂ ਦੀ ਕੋਈ ਕਮੀ ਨਹੀਂ, ਹੋਰ ਸਾਰੀਆਂ ਚੀਜ਼ਾਂ ਦੀ ਕੋਈ ਕਮੀ ਨਹੀਂ। ਕਮੀ ਹੈ ਤੇ ਸਿਰਫ ਸੁਣਨ ਵਾਲਿਆਂ ਦੀ ਕਮੀ ਹੈ, ਸੁਣਨ ਵਾਸਤੇ ਬੰਦਾ ਤਿਆਰ ਨਹੀਂ ਹੈ। ਇਸ ਕਰਕੇ ਗੁਰੂ ਨੂੰ ਸੁਣਨਾ ਹੀ ਗੁਰੂ ਨਾਲ ਪਿਆਰ ਕਰਨਾ ਹੈ, ਗੁਰੂ ਦੀ ਗੱਲ ਧਿਆਨ ਨਾਲ ਸੁਣਨੀ। ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਵਕਤ ਦੇ ਅੰਦਰ ਇੱਕ ਸਿੱਖ ਨੂੰ ਰੁਤਬਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਤੂੰ ਸਿੱਖੀ ਦਾ ਜਹਾਜ਼ ਹੈ, ਤੇਰੇ ਉੱਤੇ ਚੜ੍ਹ ਕੇ ਲੋਕ ਪਾਰ ਹੋਣਗੇ। ਜਿਹੜੀ ਗੱਲ ਮੈਂ ਆਰੰਭ ਵਿੱਚ ਕੀਤੀ ਸੀ ਕਿ ਕਈਆਂ ਲੋਕਾਂ ਦੇ ਸਹਾਰੇ ਨਾਲ ਬੰਦਾ ਇਸ ਰਾਹ ਤੇ ਤੁਰ ਸਕਦਾ ਹੈ। ਇਹ ਜਿਹੜਾ ਸਿੱਖ ਹੈ ਪਹਿਲਾਂ ਸਿੱਖੀ ਮਾਰਗ ਵਿੱਚ ਨਹੀਂ ਸੀ, ਪਹਿਲਾਂ ਇਹ 12-14 ਪਿੰਡਾਂ ਦਾ ਸਰਵਰੀਆਂ ਦਾ ਆਗੂ ਸੀ, ਜਿਹੜੇ ਕਬਰਾਂ ਨੂੰ ਮੜੀਆਂ ਨੂੰ ਪੂਜਦੇ ਸਨ। ਸਰਵਰੀਆਂ ਦਾ ਇੱਕ ਬਹੁਤ ਵੱਡਾ ਫਿਰਕਾ ਰਿਹਾ ਹੈ ਪੰਜਾਬ ਦੀ ਧਰਤੀ ਤੇ, ਅੱਜ ਵੀ ਹਨ। ਗੁਰੂ ਅਰਜਨ ਦੇਵ ਜੀ ਦੇ ਵਕਤ ਇਹ ਜਿਹੜਾ ਸਰਵਰੀਆਂ ਦਾ ਮੁਸਲਮਾਨਾਂ ਦਾ ਇੱਕ ਅੰਗ ਸੀ,
ਉਹਨਾਂ ਦਾ ਬੜਾ ਜ਼ੋਰ ਸੀ ਪੰਜਾਬ ਦੀ ਧਰਤੀ ਤੇ। ਉਹਨਾਂ ਦੇ ਆਪਣੇ ਕਾਇਦੇ ਕਾਨੂੰਨ ਸਨ। ਉਹ ਕਬਰਾਂ ਨੂੰ ਪੂਜਣਾ, ਪੂਜਾ ਕਰਨੀ, ਇਹ ਉਹਨਾਂ ਦਾ ਨਿਯਮ ਸੀ। ਤਾਂ ਉਹਨਾਂ ਦੇ ਅੰਦਰ ਹੀ ਜਦੋਂ ਗੁਰੂ ਅਰਜਨ ਦੇਵ ਜੀ ਨੇ ਸ਼ਬਦ ਦਾ ਪ੍ਰਚਾਰ ਕੀਤਾ, ਨਾਮ ਦੀ ਗੱਲ ਕੀਤੀ, ਧਰਮ ਦੀ ਗੱਲ ਕੀਤੀ, ਬੜੇ ਲੋਕ ਪ੍ਰਭਾਵਿਤ ਹੋ ਗਏ। ਸਰਵਰੀਆਂ ਨੂੰ ਛੱਡ ਛੱਡ ਕੇ ਗੁਰੂ ਘਰ ਵਿੱਚ ਸਿੱਖੀ ਵਿੱਚ ਸ਼ਾਮਲ ਹੋਣ ਲੱਗ ਗਏ। ਤਾਂ ਜਦੋਂ ਇਹ ਸਭ ਕੁਝ ਚੱਲਿਆ, ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਇਲਾਕੇ ਵਿੱਚ 12 ਪਿੰਡਾਂ ਦਾ ਇੱਕ ਚੌਧਰੀ, ਜਿਹਦੇ ਹੱਥ ਵਿੱਚ 12 ਪਿੰਡ ਸਨ, ਬੜਾ ਵੱਡਾ ਆਦਮੀ, ਜਿਹਦੇ ਕੋਲ ਨਾ ਮਾਇਆ ਦੀ ਕਮੀ, ਨਾ ਜ਼ਮੀਨ ਦੀ ਕਮੀ, ਨਾ ਪਰਿਵਾਰ ਦੀ ਬਾਹਾਂ ਦੀ ਕਮੀ, ਕਿਸੇ ਚੀਜ਼ ਦੀ ਕਮੀ ਨਹੀਂ। ਇੱਕ ਦਿਨ ਅੰਮ੍ਰਿਤਸਰ ਦੇ ਕੋਲੋਂ ਲੰਘਦਾ ਹੈ। ਕੋਲੋਂ ਲੰਘਦਾ ਹੋਇਆ ਉਹਦੇ ਕੰਨਾਂ ਦੇ ਵਿੱਚ ਇੱਕ ਸ਼ਬਦ ਪੈ ਗਿਆ। ਸ਼ਬਦ ਇਹ ਸੀ ਕਿ ਦੁਬਦਾ ਨਾਮ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਨ ਨਾ ਜਾਈ, ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾਂ, ਤ੍ਰਿਸ਼ਨਾ ਨਾਮ ਬੁਝਾਈ। ਇਹ ਗੱਲ ਸ਼ਬਦ ਜਿਹੜੇ ਸਨ ਕੰਨਾਂ ਵਿੱਚ ਪੈ ਗਏ। ਹੋਰ ਸ਼ਬਦ ਪੜੇ ਗੁਰੂ ਕੇ ਕੀਰਤਨੀਆਂ ਨੇ ਕਿ ਏਕੋ ਸਿਮਰੋ ਨਾਨਕਾ ਜੋ ਜਲ ਥਲ ਰਹਿਆ ਸਮਾਏ। ਇੱਕ ਦੀ ਗੱਲ ਚੱਲੀ, ਜਦੋਂ ਗੱਲ ਅੰਦਰ ਗਈ, ਅੰਦਰ ਸ਼ਬਦ ਨੇ ਅਸਰ ਕੀਤਾ। ਵੱਡੇ ਭਾਗ ਸਨ, ਪੁਰਾਤਨ ਸੀ ਕੋਈ ਭਗਤੀ, ਅੰਦਰ ਜਾਗ ਪਿਆ, ਅੰਦਰ ਨੂੰ ਹੋਸ਼ ਆ ਗਈ। ਅੰਦਰੋਂ ਪੁਰਾਣੀ ਪਿਆਰ ਨੇ ਆਵਾਜ਼ ਦਿੱਤੀ ਕਿ ਇਹ ਬਾਣੀ ਕਿਹਦੀ ਹੈ, ਮਿਲਣਾ ਚਾਹੀਦਾ। ਅੰਮ੍ਰਿਤਸਰ ਸਾਹਿਬ ਆ ਗਿਆ, ਸੰਗਤ ਸੀ, ਭੋਗ ਪਿਆ, ਸਮਾਪਤੀ ਹੋਈ। ਗੁਰੂ ਅਰਜਨ ਦੇਵ ਜੀ ਦਾ ਵਕਤ ਸੀ, ਬੈਠ ਗਿਆ, ਸੰਗਤ ਚਲੀ ਗਈ, ਇਕੱਲਾ ਰਹਿ ਗਿਆ। ਗੁਰੂ ਅਰਜਨ ਦੇਵ ਜੀ ਨੂੰ ਕਹਿੰਦਾ ਹੈ ਕਿ ਮਹਾਰਾਜ ਮੈਂ ਇਕੱਲੇ ਮਿਲਣਾ ਹੈ। ਜਿਹੜੀ ਮੈਂ ਗੱਲ ਪਹਿਲਾਂ ਸਾਂਝੀ ਕੀਤੀ ਸੀ, ਸਿੱਖੀ ਦੀ ਸੰਗਤ ਦੇ ਦੋ ਹਿੱਸੇ ਸਨ, ਇੱਕ ਵਿਆਪਕ ਤੇ ਇੱਕ ਸ਼ਖਸੀ ਤੌਰ ਤੇ ਉਹ ਸਾਡੇ ਵਿੱਚੋਂ ਨਿਕਲ ਗਈ ਹੈ। ਵੈਸੇ ਅਸੀਂ ਰੌਲਾ ਬਹੁਤ ਪਾ ਰਹੇ ਹਾਂ ਵੀ ਸਿੱਖ ਪੰਥ ਘਟਦਾ ਜਾ ਰਿਹਾ ਜੀ, ਡੇਰਿਆਂ ਵਿੱਚ ਜਾ ਰਹੇ ਨੇ ਲੋਕ, ਨਕਲੀ ਗੁਰੂਆਂ ਦੇ ਸ਼ਿਕਾਰ ਹੋ ਗਏ ਨੇ। ਤੇ ਸ਼ਿਕਾਰ ਵਿਚਾਰੇ ਕਰਨ ਕੀ? ਉਹਨਾਂ ਨੂੰ ਸੰਭਾਲੇ ਨਹੀਂ ਕਿਸੇ, ਉਹਨਾਂ ਨੂੰ ਕਿਸੇ ਅਗਵਾਈ ਹੀ ਨਹੀਂ ਦਿੱਤੀ। ਤੇ ਜੇ ਕਿਤੇ ਕੋਈ ਦਿੰਦਾ ਤਾਂ ਉਹਦੀ ਨਿੰਦਿਆ ਕਰਨੇ ਆ ਅਸੀਂ। ਕੋਈ ਵੀ ਧਰਮ ਜਿਹੜਾ ਹੈ ਨਿੱਜੀ ਤੌਰ ਤੇ, ਸ਼ਖਸੀ ਤੌਰ ਤੇ ਜਿੰਨਾ ਚਿਰ ਸੰਬੰਧਿਤ ਨਹੀਂ ਹੁੰਦਾ ਇਕੱਲੇ ਇਕੱਲੇ ਬੰਦੇ ਨਾਲ, ਜਿਹੜੇ ਧਰਮ ਜਿਨ੍ਹਾਂ ਤੋਂ ਅਸੀਂ ਘਬਰਾਏ ਹੋਏ ਹਾਂ ਕਿ ਪੰਜਾਬ ਦੀ ਧਰਤੀ ਤੋਂ ਉਹਨਾਂ ਦੀ ਇੰਨੀ ਗਿਣਤੀ ਹੋ ਗਈ ਜੀ, ਕਦੀ ਸੋਚਿਆ ਹੋਈ ਕਿਵੇਂ ਹੋਈ? ਇੱਕ ਇੱਕ ਬੰਦੇ ਦੇ ਉੱਤੇ ਇੱਕ ਇੱਕ ਆਦਮੀ ਕੰਮ ਕਰ ਰਿਹਾ ਹੈ ਉਸ ਧਰਮ ਵਿੱਚ, ਉਸ ਡੇਰੇ ਨਾਲ ਜੋੜਨ ਵਾਸਤੇ ਇੱਕ ਇੱਕ ਆਦਮੀ ਲੱਗਾ ਹੋਇਆ। ਅਸੀਂ ਕਿੰਨੀ ਕੁ ਮਿਹਨਤ ਕਰਨੇ ਆ? ਸਾਡੀ ਮਿਹਨਤ ਇਹ ਜ਼ਰੂਰ ਹੈ ਵੀ ਇਲੈਕਸ਼ਨ ਆਏ, ਵੋਟਾਂ ਆਈਆਂ, ਕਮਰ ਕੱਸੇ ਕਰ ਲਏ, ਪੀਲੇ ਝੰਡੇ ਕੱਢ ਲਏ। ਸਾਡੀ ਇਹ ਮਿਹਨਤ ਜ਼ਰੂਰ ਹੈ ਕਿ ਪਾਰਟੀਆਂ ਇਕੱਠੀਆਂ ਕਰ ਲਈਆਂ, ਗੱਡੀਆਂ ਭਰ ਲਈਆਂ। ਇਹ ਸਾਡੀ ਡਿਊਟੀ ਜ਼ਰੂਰ ਹੈ ਵੀ ਜੇ ਕੋਈ ਇਲੈਕਸ਼ਨ ਆਉਂਦਾ ਹੈ ਤੇ ਸ਼ਰਾਬ ਦੀਆਂ ਪੇਟੀਆਂ ਦੀ ਬੁਕਿੰਗ ਪਹਿਲਾਂ ਕਰਾ ਦਿੱਤੀ ਵੀ ਕਿੰਨੇ ਵੰਡਣੀਆਂ ਨੇ, ਇਹ ਨਸ਼ੇ ਕਿੰਨੇ ਵੰਡਦੇ ਨੇ। ਇਹ ਤਾਂ ਸਾਡੀ ਡਿਊਟੀ ਹੈ। ਪਰ ਜਿਹੜੀ ਡਿਊਟੀ ਗੁਰੂ ਨਾਨਕ ਸਾਹਿਬ ਨੇ ਲਾਈ ਸੀ ਕਲਗੀਧਰ ਪਾਤਸ਼ਾਹ ਤੱਕ, ਬਈ ਸਿੱਖ ਨੇ ਇੱਕ ਇੱਕ ਸਿੱਖ ਦੇ ਉੱਤੇ ਕੰਮ ਕਰਨਾ ਹੈ, ਇਕੱਲੇ ਪ੍ਰਚਾਰਕਾਂ ਦਾ ਵਿਸ਼ਾ ਨਹੀਂ ਹੈ। ਧਿਆਨ ਦਿਓ, ਇਹ ਤਾਂ ਇੱਕ ਛੋਟਾ ਜਿਹਾ ਯਤਨ ਹੈ। ਜੇ ਧਰਮ ਨੂੰ ਬਚਾਉਣਾ ਹੈ ਤੇ ਰਾਗੀਆਂ ਕਥਾਵਾਚਕਾਂ ਤੇ ਨਾ ਰਹਿਣਾ। ਉਹ ਤਾਂ ਥੋੜੀ ਜਿਹੀ ਗਿਣਤੀ ਵਿੱਚ ਨੇ, ਕੀ ਕਰਨਗੇ ਉਹਨਾਂ ਤੇ ਗੱਲ ਕਹਿਣੀ ਸਿਰਫ। ਜੇ ਕਿਸੇ ਨੇ ਆਪਣੇ ਧਰਮ ਨੂੰ ਬਚਾਉਣ ਦੀ ਕਿਸੇ ਵਿੱਚ ਤਾਂਘ ਹੈ ਤੇ ਆਪਣੇ ਫੀਲਡ ਵਿੱਚ ਇੱਕ ਇੱਕ ਆਦਮੀ ਦੇ ਉੱਤੇ ਗੱਲ ਕਰੋ ਵੀ ਗੁਰੂ ਗ੍ਰੰਥ ਸਾਹਿਬ ਕੀ ਕਹਿ ਰਹੇ ਨੇ। ਪਹਿਲਾਂ ਆਪ ਪੜ੍ਹੋ, ਸਿੱਖੋ, ਸੁਣੋ, ਫਿਰ ਉਹਦੇ ਉੱਤੇ ਕੰਮ ਕਰੋ। ਤਾਂ ਕੰਮ ਤਾਂ ਸਾਡਾ ਕੋਈ ਰਿਹਾ ਹੀ ਨਹੀਂ। ਇੱਕ ਦੂਜੇ ਦੇ ਉੱਤੇ ਨਿੰਦਿਆ ਕਰਨੀ, ਦੂਸਰੇ ਨੂੰ ਕਹਿਣਾ, ਇਹ ਸ਼੍ਰੇਣੀ ਭ੍ਰਸ਼ਟ ਹੋ ਗਈ, ਇਹ ਦੂਸਰੀ ਹੋ ਗਈ। ਤੇ ਆਪਾਂ ਕੀ ਕਰ ਰਹੇ ਹਾਂ? ਦੂਜੇ ਨੂੰ ਕਹਿਣਾ ਤੇ ਆਪ ਵੀ ਤੇ ਕੁਝ ਹੋਈਏ ਨਾ। ਆਪਾਂ ਕੀ ਕਰ ਰਹੇ ਹਾਂ ਜ਼ਿੰਦਗੀ ਦੇ ਵਿੱਚ? ਜਿਹੜੀਆਂ ਵੀ ਕੌਮਾਂ ਵਧੀਆਂ ਨੇ, ਕਦੀ ਵੀ ਉਹਨਾਂ ਨੇ ਇੱਕ ਇੱਕ ਆਦਮੀ ਨੇ ਇੱਕ ਇੱਕ ਆਦਮੀ ਦੇ ਉੱਤੇ ਕੰਮ ਕੀਤਾ ਹੈ, ਤਾਂ ਉਹਨਾਂ ਦੀ ਗਿਣਤੀ ਵਧੀ ਹੈ। ਸਾਡੀ ਗਿਣਤੀ ਘਟੀ ਕਿਉਂ ਹੈ? ਸਾਡਾ ਕੰਮ ਹੀ ਖਤਮ ਹੋ ਗਿਆ, ਸਾਡਾ ਕੋਈ ਮਤਲਬ ਨਹੀਂ। ਇਸ ਕਰਕੇ ਕਬੀਰ ਜੀ ਨੇ
ਜਦੋਂ ਉਹ ਕਾਸ਼ੀ ਵਿੱਚ ਰਹਿੰਦੇ ਸਨ ਤੇ ਉੱਥੇ ਪੰਡਤ ਜੀ ਸਨ, ਸਾਰੇ ਵਿਦਵਾਨ ਸਨ। ਕਬੀਰ ਜੀ ਉਹਨਾਂ ਦੇ ਪ੍ਰਭਾਵ ਥੱਲੇ ਨਹੀਂ ਆਏ, ਉਹਨਾਂ ਨੇ ਸੱਚ ਕਹਿਣਾ ਸ਼ੁਰੂ ਕਰ ਦਿੱਤਾ। ਤਾਂ ਉਹਨਾਂ ਨੇ ਬੜਾ ਇਤਰਾਜ਼ ਕੀਤਾ ਕਿ ਤੁਸੀਂ ਸਾਡੇ ਉਪਦੇਸ਼ ਨੂੰ ਸੁਣਦੇ ਕਿਉਂ ਨਹੀਂ, ਸਾਡੀ ਗੱਲ ਕਿਉਂ ਨਹੀਂ ਸੁਣਦੇ, ਵੱਖਰਾ ਕਿਉਂ ਚਲਾ ਰਹੇ ਹੋ। ਤੇ ਕਬੀਰ ਜੀ ਨੇ ਇੱਕ ਉਪਦੇਸ਼ ਦਿੱਤਾ ਸੀ। ਉਹ ਕਹਿੰਦੇ ਬਾਣੀ ਦੇ ਅੰਦਰ ਸ਼ਬਦ ਹੈ ਕਿ ਹਮ ਗੋਰੂ ਤੁਮ ਗੁਆਰ ਗੁਸਾਈ। ਗੋਰੂ ਦਾ ਅਰਥ ਹੁੰਦਾ ਹੈ ਗੋਰੀਆਂ ਗਾਵਾਂ, ਗੁਆਰ ਦਾ ਅਰਥ ਹੈ ਗਾਵਾਂ ਚਰਾਉਣ ਵਾਲਾ, ਗੁਸਾਈ ਦਾ ਅਰਥ ਹੈ ਉਹ ਪੰਡਤ ਜਿਹਨੂੰ ਉਹ ਕਹਿ ਰਹੇ ਸਨ। ਹੇ ਪੰਡਤ ਜੀ, ਜੁਗ ਜੁਗ ਤੁਮ ਰਖਵਾਰੇ, ਕਈ ਯੁਗਾਂ ਤੋਂ ਅਸੀਂ ਤੁਹਾਡੀਆਂ ਗਾਵਾਂ ਬਣ ਕੇ ਰਹੇ ਹਾਂ, ਤੁਸੀਂ ਸਾਨੂੰ ਚਾਰਨ ਵਾਲੇ ਗਵਾਲੇ ਹੋ। ਹਮ ਗੋਰੂ ਤੁਮ ਗੁਆਰ ਗੁਸਾਈ, ਜੁਗ ਜੁਗ ਤੁਮ ਰਖਵਾਰੇ, ਕਬਹੂ ਨਾ ਪਾਰ ਉਤਾਰ ਚਰਾਇਓ। ਪਰ ਤੁਸੀਂ ਇਸ ਦਰਿਆ ਤੋਂ ਸਾਨੂੰ ਇਹ ਜ਼ਰੂਰ ਕਹਿੰਦੇ ਰਹੋ ਵੀ ਦਰਿਆ ਦੇ ਪਾਰਲੇ ਪਾਸੇ ਬੜਾ ਹਰਾ ਘਾਹ ਜੇ, ਪਰ ਲੈ ਕੇ ਕਦੀ ਨਹੀਂ ਗਏ ਉੱਥੇ। ਕਬਹੂ ਨਾ ਪਾਰ ਉਤਾਰ ਚਰਾਇਓ, ਐਸੇ ਖਸਮ ਹਮਾਰੇ, ਤੁਸੀਂ ਕਾਹਦੇ ਮਾਲਕ ਹੋ ਸਾਡੇ। ਤੇ ਜਿਹੜੇ ਸਾਡੇ ਮਲਾਹ ਨੇ, ਜਿਨ੍ਹਾਂ ਨੇ ਸਾਨੂੰ ਪਾਰ ਲੰਘਾਉਣਾ ਹੈ, ਉਹਨਾਂ ਕੋਲ ਕਿੰਨਾ ਕੁ ਪਾਰ ਲਿਜਾਣ ਦੀ ਤਾਕਤ ਹੈ, ਬੇੜੀ ਹੈ, ਕੋਈ ਪੁਲ ਬਣਾਇਆ, ਇਸ ਤਰ੍ਹਾਂ ਦਾ ਕੁਝ ਦਿਸਦਾ ਨਹੀਂ। ਤਾਂ ਇਸ ਤਰ੍ਹਾਂ ਤਾਂ ਫਿਰ ਕਿਵੇਂ ਉਹਨਾਂ ਦੇ ਸ਼ਬਦ ਸਨ। ਕਹਿਣ ਲੱਗੇ ਮੈਂ ਅੱਜ ਕੋਈ ਬਾਣੀ ਦੇ 4 ਅੱਖਰ ਸੁਣੇ ਨੇ, ਮੈਨੂੰ ਪਤਾ ਲੱਗਾ ਮੈਂ ਗਲਤ ਰਾਹ ਤੇ ਜਾ ਰਿਹਾ। ਹਜ਼ੂਰ ਨੇ ਕਿਹਾ ਬਹੁਤ ਵੱਡੇ ਭਾਗ ਨੇ, ਨਹੀਂ ਤੇ ਸੁਣ ਕੇ ਵੀ ਲੋਕਾਂ ਨੂੰ ਨਹੀਂ ਪਤਾ ਲੱਗਦਾ ਸੀ ਗਲਤ ਜਾ ਰਹੇ, ਤੇਰੇ ਭਾਗ ਉੱਤਮ ਨੇ। ਫਿਰ ਕੀ ਚਾਹੀਦਾ? ਕਹਿਣ ਲੱਗਾ ਸਿੱਖੀ ਦਾਨ ਦੇ ਦਿਓ। ਹਜ਼ੂਰ ਥੋੜਾ ਜਿਹਾ ਮੁਸਕਾਏ, ਕਹਿਣ ਲੱਗੇ ਸਿੱਖੀ ਦਾ ਦਾਨ ਬੜੀ ਮਹਿੰਗੀ ਚੀਜ਼ ਮੰਗ ਲਈ, ਹੋਰ ਚਾਹੀਦਾ ਤੇ ਦੱਸੋ। ਕੋਈ ਸੰਸਾਰ ਦਾ ਅਹੁਦਾ ਚਾਹੀਦਾ ਹੋਵੇ, ਦੁਕਾਨ ਚਲਾਉਣੀ ਹੈ, ਜ਼ਮੀਨ ਵਧਾਉਣੀ ਹੈ, ਦੱਸੋ, ਕੰਮ ਜਲਦੀ ਹੋ ਜਾਏਗਾ। ਕਹਿਣ ਲੱਗਾ ਜੀ ਨਹੀਂ, ਜ਼ਮੀਨ ਪਹਿਲਾਂ ਬੜੀ ਹੈ, ਇੱਜ਼ਤ ਪਹਿਲਾਂ ਬੜੀ ਇਲਾਕੇ ਵਿੱਚ, ਲੋਕ ਪਹਿਲਾਂ ਹੀ ਬੜੇ ਝੁਕਦੇ ਨੇ, ਮਾਇਆ ਦੀ ਪਹਿਲਾਂ ਹੀ ਕਮੀ ਕੋਈ ਨਹੀਂ, ਸਾਰਾ ਕੁਝ ਹੈ ਪਰ ਸਿੱਖੀ ਨਹੀਂ ਹੈ। ਸਤਿਗੁਰਾਂ ਨੇ ਕਿਹਾ ਜੇ ਪਹਿਲੀਆਂ ਚੀਜ਼ਾਂ ਲੈਣੀਆਂ ਨਹੀਂ ਤੇ ਸਸਤੀਆਂ ਮਿਲ ਜਾਣਗੀਆਂ ਤੇ ਜਲਦੀ ਮਿਲਣਗੀਆਂ। ਜਿਹੜੀ ਚੀਜ਼ ਤੂੰ ਮੰਗ ਲਈ ਇਹ ਸਿੱਖੀ ਦਾ ਹੀਰਾ ਬਹੁਤ ਮਹਿੰਗਾ ਹੈ, ਇਹਦੇ ਉੱਤੇ ਦੇਰ ਵੀ ਲੱਗ ਸਕਦੀ ਹੈ ਤੇ ਮੁੱਲ ਵੀ ਬੜਾ ਭਾਰਾ ਤਾਰਨਾ ਪਏਗਾ। ਆਦਮੀ ਅੰਦਰੋਂ ਬੜੀ ਤਾਕਤ ਵਾਲਾ ਸੀ, ਆਮ ਆਦਮੀ ਨਹੀਂ ਸੀ। ਉਹਨੇ ਕਿਹਾ ਮੈਨੂੰ ਤਾਂ ਸਿੱਖੀ ਚਾਹੀਦੀ। ਸਤਿਗੁਰੂ ਨੇ ਦੂਜਾ ਬਚਨ ਕੀਤਾ, ਕਹਿਣ ਲੱਗੇ ਸਿੱਖੀ ਚਾਹੀਦੀ ਹੈ ਤੇ ਸਿੱਖੀ ਦੇ ਉੱਤੇ ਸਿੱਖੀ ਨਹੀਂ ਅਸੀਂ ਚੜਾਉਂਦੇ, ਪਹਿਲੀ ਸਿੱਖੀ ਛੱਡ ਦੇ। ਜੇ ਮੇਰੇ ਨਾਲ ਗੱਲ ਕਰਨੀ ਹੈ ਤੇ ਮੇਰੇ ਨਾਲ ਕਰ ਸਿਰ। ਇਸ਼ਾਰਾ ਸੀ ਇੱਕ ਅੱਗੇ ਹੀ ਝੁਕਣਾ ਹੈ, ਉਹਨੇ ਤਿਆਗ ਦਿੱਤਾ। ਕਹਿਣ ਲੱਗਾ ਮਨਜ਼ੂਰ ਹੈ। ਸਤਿਗੁਰਾਂ ਨੇ ਫਿਰ ਇੱਕ ਹੋਰ ਕਸਵੱਟੀ ਲਾ ਦਿੱਤੀ। ਕਹਿਣ ਲੱਗੇ ਇੱਧਰ ਤੁਰਿਓ, ਤੈਨੂੰ ਪਤਾ ਹੈ ਤੇਰੀ ਬਰਾਦਰੀ ਨੇ ਤੇਰੇ ਖਿਲਾਫ ਹੋ ਜਾਣਾ, ਤੇਰੇ ਪਿੰਡ ਦੇ ਲੋਕਾਂ ਨੇ ਤੈਨੂੰ ਪਿੰਡ ਨਹੀਂ ਬਣਨ ਦੇਣਾ। 12 ਪਿੰਡਾਂ ਦਾ ਚੌਧਰੀ ਏ। ਅੱਜ ਜਿਹੜੇ ਪਿੰਡ ਜਾਣਾ ਲੋਕ ਹਾਰ ਲੈ ਕੇ ਆਉਂਦੇ ਨੇ, ਤੇ ਜਿੱਦਣ ਤੂੰ ਸਿੱਖੀ ਵਾਲੇ ਪਾਸੇ ਤੁਰਿਓ, ਜਿਹੜੇ ਉਪਦੇਸ਼ ਇੱਥੋਂ ਮਿਲਣੇ ਨੇ ਉਹ ਲੋਕਾਂ ਨਾਲ ਸੰਬੰਧਿਤ ਨਹੀਂ ਹੋਣੇ, ਉਹਨਾਂ ਤੇਰੇ ਵਿਰੋਧੀ ਹੋ ਜਾਣਾ ਹੈ। ਹੁਣ ਅੱਜ ਗੱਲ ਇੱਥੇ ਖੜੀ ਹੋ ਗਈ ਏ। ਇੱਕ ਪਾਸੇ ਆਪਾਂ ਸਿੱਖੀ ਵੀ ਕਮਾਉਣੀ ਚਾਹੁੰਦੇ ਹਾਂ ਤੇ ਇੱਕ ਪਾਸੇ ਕਹਿੰਦੇ ਹਾਂ ਜੀ ਸੰਸਾਰ ਵਿੱਚ ਰਹਿਣਾ ਹੈ, ਜਿਵੇਂ ਕਹਿੰਦੇ ਨੇ ਕਰੀ ਚੱਲੋ। ਗੱਲਾਂ ਦੋ ਇਕੱਠੀਆਂ ਹੋ ਗਈਆਂ ਨੇ। ਪਰ ਇੱਕ ਗੱਲ ਖਿਆਲ ਰੱਖਣਾ, ਜਿਵੇਂ ਕਹਿੰਦੇ ਨੇ ਕਰੀ ਚੱਲੋ, ਜੇ ਉਹ ਕਰਨਾ ਸਿੱਖ ਨਾਮ ਧਰੀਕ ਬਣੇ ਰਵਾਂਗੇ, ਸਿੱਖੀ ਵਿੱਚ ਵਿਕਾਸ ਕੋਈ ਨਹੀਂ ਹੋਵੇਗਾ। ਭਾਈ ਮੰਝ ਨੇ ਫੈਸਲਾ ਕਰ ਦਿੱਤਾ। ਕਹਿਣ ਲੱਗਾ ਜੋ ਵੀ ਹੋਵੇ, ਕੁਝ ਰਵੇ ਕੁਝ ਨਾ ਰਵੇ, ਜਿੱਥੋਂ ਸਿੱਖੀ ਦੀ ਸ਼ੁਰੂਆਤ ਹੋ ਜਾਂਦੀ ਹੈ ਇਹਦਾ ਕੋਈ ਵਾਸਤਾ ਨਹੀਂ। ਹਜ਼ੂਰ ਨੇ ਕਹਿ ਦਿੱਤਾ ਸੇਵਾ ਕਰੋ। ਸੇਵਾ ਆਰੰਭ ਹੋ ਗਈ। ਪਿੰਡ ਗਿਆ, ਪਤਾ ਲੱਗ ਗਿਆ ਉਹ ਜਿਹੜੀ ਕਬਰ ਸੀ ਢਾ ਦਿੱਤੀ, ਲੋਕ ਵਿਰੋਧੀ ਹੋ ਗਏ। ਫਸਲਾਂ ਲੋਕਾਂ ਨੇ ਉਜਾੜ ਦਿੱਤੀਆਂ।
ਡੰਗਰ ਪਸ਼ੂ ਖੋਲ ਕੇ ਲੈ ਗਏ। ਮਾਇਆ ਜਿਨ੍ਹਾਂ ਨੇ ਲਈ ਸੀ ਵਾਪਸ ਦੇਣ ਤੋਂ ਇਨਕਾਰ ਕਰ ਦਿੱਤਾ। ਚੌਵਾਂ ਪਾਸਿਓਂ ਵਿਰੋਧ ਆਰੰਭਤਾ ਹੋਈ ਇੱਥੋਂ। ਸਤਿਗੁਰਾਂ ਨੇ ਬੁਲਾ ਲਿਆ, ਸੇਵਾ ਸ਼ੁਰੂ ਹੋ ਗਈ, ਦਿਨ ਰਾਤ ਸੇਵਾ। ਜਿਹੜੇ ਪਿੰਡਾਂ ਦੇ ਲੋਕ ਝੁਕਦੇ ਸਨ ਉਹ ਵਿਰੋਧੀ ਹੋ ਗਏ, ਸਭ ਕੁਝ ਛੁੱਟ ਗਿਆ। ਬੜੀ ਵੱਡੀ ਕਸਵੱਟੀ ਸੀ। ਕਈ ਸਾਲ ਸੇਵਾ ਕੀਤੀ। ਇੱਕ ਦਿਨ ਹਜ਼ੂਰ ਨਿਕਲੇ, ਵੇਖਿਆ ਮੰਝ ਲੱਕੜਾਂ ਲੈ ਕੇ ਆ ਰਿਹਾ, ਲੱਕੜਾਂ ਦੀ ਪੰਡ ਸਿੱਟੀ, ਲੰਗਰ ਵਿੱਚ ਬੈਠ ਗਿਆ, ਪ੍ਰਸ਼ਾਦਾ ਛਕ ਕੇ ਉੱਠਣ ਲੱਗਾ ਸੀ। ਸਤਿਗੁਰਾਂ ਨੇ ਪੁੱਛਿਆ, ਮੰਝ ਪ੍ਰਸ਼ਾਦਾ ਕਿੱਥੋਂ ਛਕਣਾ ਹੁੰਦਾ ਹੈ? ਕਹਿਣ ਲੱਗਾ ਜੀ ਲੰਗਰ ਵਿੱਚੋਂ। ਸਤਿਗੁਰਾਂ ਨੇ ਕਿਹਾ ਇਹ ਕਾਹਦੀ ਸੇਵਾ ਹੋਈ? ਜਿੰਨਾ ਕੰਮ ਕੀਤਾ ਉਹਨਾਂ ਲੰਗਰ ਛਕ ਲਿਆ, ਜਿੰਨਾ ਕੁਝ ਕੀਤਾ ਉਹ ਤੋਂ ਜ਼ਿਆਦਾ ਛਕ ਲਿਆ, ਇਹ ਕਾਹਦੀ ਸੇਵਾ? ਉਦਣ ਇੱਕ ਹੋਰ ਫੈਸਲਾ ਲੈ ਲਿਆ, ਲੰਗਰ ਦੀਆਂ ਜਿਹੜੀਆਂ ਲੱਕੜਾਂ ਸਨ ਵੱਖਰੀਆਂ ਲਿਆਉਣੀਆਂ ਤੇ ਇੱਕ ਪੰਡ ਰਾਤ ਨੂੰ ਲਿਆਉਣੀ ਵੱਢ ਕੇ ਖਾਣ ਪੀਣ ਵਾਸਤੇ। ਬੜੀ ਤੇਜ਼ ਘਾਲਣਾ, ਕਿਉਂਕਿ ਜਿਸ ਸੋਨੇ ਨੂੰ ਸੁਨਿਆਰ ਨੇ ਜ਼ਿਆਦਾ ਚਮਕਾਉਣਾ ਹੁੰਦਾ ਹੈ ਉਹਨੂੰ ਬਹੁਤੀ ਵਾਰੀ ਅੱਗ ਵਿੱਚ ਪਾਉਂਦਾ ਹੈ, ਉਹਨੂੰ ਬਹੁਤੀਆਂ ਲਾਟਾਂ ਦੇ ਵਿੱਚੋਂ ਲੰਘਾਉਂਦਾ ਹੈ। ਸਰੀਰ ਕਮਜ਼ੋਰ ਪੈ ਗਿਆ। ਇੱਕ ਦਿਨ ਲੱਕੜਾਂ ਦੀ ਪੰਡ ਲੈ ਕੇ ਆ ਰਹੇ ਸਨ, ਹਨੇਰੀ ਆਈ, ਸਰੀਰ ਸਹਿ ਨਾ ਸਕਿਆ। ਇੱਕ ਖੂਹ ਸੀ ਉੱਥੇ ਕੱਚਾ, ਉਹਦੇ ਵਿੱਚ ਡਿੱਗ ਪਏ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੌੜ ਕੇ ਗਏ ਰੱਸੇ ਲੈ ਕੇ। ਵੇਖਿਆ ਭਾਈ ਮੰਝ ਖੂਹ ਵਿੱਚ ਖੜਾ ਹੈ, ਸਤਿਨਾਮ ਵਾਹਿਗੁਰੂ ਦੀ ਧੁਨੀ ਆਵਾਜ਼ ਆ ਰਹੀ ਹੈ, ਲੱਕੜਾਂ ਸਿਰ ਤੇ ਚੁੱਕੀਆਂ ਨੇ। ਸਤਿਗੁਰਾਂ ਨੇ ਰੱਸਾ ਖੂਹ ਵਿੱਚ ਸੁੱਟਿਆ, ਕਹਿਣ ਲੱਗੇ ਮੰਝ ਲੱਕੜਾਂ ਸਿੱਟ ਦੇ। ਉੱਪਰ ਚੜ੍ਹਿਆ, ਆਵਾਜ਼ ਆਈ ਨਹੀਂ, ਪਹਿਲਾਂ ਲੱਕੜਾਂ ਬਾਅਦ ਵਿੱਚ ਮੈਂ ਨਿਕਲਾਂਗਾ। ਫਿਰ ਹਜ਼ੂਰ ਨੇ ਕਿਹਾ ਨਹੀਂ। ਭਾਈ ਮੰਝ ਨੇ ਕਿਹਾ ਮਹਾਰਾਜ ਲੱਕੜਾਂ ਨਾਲ ਲੰਗਰ ਪੱਕਣਾ, ਸਰੀਰ ਦਾ ਕੀ ਬਣਨਾ ਹੈ? ਇਹ ਤੇ ਕਿਸੇ ਕੰਮ ਨਹੀਂ ਆਉਣਾ, ਬਾਅਦ ਵਿੱਚ ਕੱਢ ਲਿਆ ਜੇ। ਜਦੋਂ ਇੰਨੀ ਸਰੀਰ ਤੋਂ ਬੰਦਾ ਉੱਚਾ ਉੱਠ ਜਾਏ, ਸਤਿਗੁਰਾਂ ਨੇ ਲੱਕੜਾਂ ਕੱਢੀਆਂ। ਫਿਰ ਭਾਈ ਮੰਝ ਨੂੰ ਕੱਢਿਆ ਬਾਹਰ, ਗਲਵਕੜੀ ਵਿੱਚ ਲਿਆ, ਇੱਕ ਸ਼ਬਦ ਕਿਹਾ ਸੀ। ਕਹਿਣ ਲੱਗੇ ਮੰਝ ਦੱਸ ਅੱਜ ਤੈਨੂੰ ਕੀ ਚਾਹੀਦਾ ਹੈ? ਭਾਈ ਮੰਝ ਖੜੇ ਹੋ ਗਏ। ਵੈਸੇ ਤੇ ਪਹਿਲਾਂ ਹੀ ਨਿਸ਼ਕਾਮੀ ਵਿਅਕਤੀ ਸੀ, ਜਿਹਨੇ ਸਿੱਖੀ ਮੰਗ ਲਈ, ਕੋਈ ਮਾੜਾ ਮੋਟਾ ਆਦਮੀ ਹੈ ਨਹੀਂ ਸੀ। ਅੰਦਰ ਕੋਈ ਖਵਾਇਸ਼ ਨਹੀਂ ਹੋਵੇਗੀ ਤਾਂ ਹੀ ਇੰਨੀ ਕੁਰਬਾਨੀ ਕਰ ਗਿਆ। ਬਸ ਸਿੱਖੀ ਦਾ ਇੱਕ ਕਹਿ ਲਈਏ ਵੀ ਗਿਰਾਵਟ ਕਿਉਂ ਹੈ, ਸਾਡੇ ਲੋਭਾਂ ਨੇ ਸਾਨੂੰ ਸਿੱਖੀ ਤੋਂ ਨੀਵੇਂ ਕਰ ਦਿੱਤਾ ਹੈ। ਹਰ ਇੱਕ ਬੰਦਾ ਖਵਾਇਸ਼ ਨਾਲ ਭਰਿਆ ਹੋਇਆ, ਫੈਸਲਾ ਨਹੀਂ ਲੈ ਸਕਦਾ। ਲੋਭੀ ਵਿਅਕਤੀ ਕੋਈ ਫੈਸਲਾ ਨਹੀਂ ਕਰ ਸਕੇਗਾ ਜ਼ਿੰਦਗੀ ਦਾ, ਉਹ ਚੀਜ਼ਾਂ ਨਾਲ ਬੱਝਾ ਹੋਇਆ। ਭਾਈ ਮੰਝ ਨੂੰ ਕਿਹਾ ਕੀ ਚਾਹੀਦਾ ਹੈ? ਚੁੱਪ ਕਰ ਗਏ। ਫਿਰ ਦੂਸਰੀ ਵਾਰੀ ਪੁੱਛਿਆ, ਫਿਰ ਨਹੀਂ ਬੋਲੇ। ਤੀਸਰੀ ਵਾਰੀ ਬਾਂਹ ਫੜ ਕੇ ਹਿਲਾਇਆ। ਤੂੰ ਜਵਾਬ ਨਹੀਂ ਦਿੱਤਾ, ਤੈਨੂੰ ਕੀ ਚਾਹੀਦਾ? ਸੋਚ ਰਿਹਾ, ਸਕੀਮ ਬਣਾ ਰਿਹਾ ਵੀ ਕਿੰਨੀਆਂ ਕੋਠੀਆਂ, ਕਿੰਨੀਆਂ ਗੱਡੀਆਂ, ਕਿੰਨੀ ਜ਼ਮੀਨ ਚਾਹੀਦੀ। ਕਹਿਣ ਲੱਗਾ ਨਹੀਂ ਸਤਿਗੁਰੂ, ਮੈਂ ਤੁਹਾਡੇ ਹੁਕਮ ਤੇ ਤਮੀਲ ਕਰ ਰਿਹਾ। ਤੁਸੀਂ ਕਿਹਾ ਕੁਝ ਮੰਗ ਤੇ ਮੰਗਦਾ ਮਨ। ਮੈਂ ਮਨ ਨੂੰ ਪੁੱਛਿਆ ਬਹੁਤ ਵਾਰੀ ਤਾਂ ਨਹੀਂ ਬੋਲਿਆ, 3-4 ਵਾਰੀ ਪੁੱਛਿਆ, ਮਨ ਨੇ ਜਵਾਬ ਦੇ ਦਿੱਤਾ, ਕਹਿੰਦਾ ਕੁਝ ਨਹੀਂ ਚਾਹੀਦਾ, ਸਭ ਕੁਝ ਮਿਲ ਗਿਆ ਹੈ, ਸਭ ਕੁਝ ਹੈ। ਸਤਿਗੁਰੂ ਨੇ ਫਿਰ ਬਾਂਹ ਫੜ ਕੇ ਛਾਤੀ ਨਾਲ ਲਾਇਆ। ਸ਼ਾਇਦ ਅਸੀਂ ਸੋਚਦੇ ਹੋਵਾਂਗੇ ਗੁਰੂ ਅਰਜਨ ਦੇਵ ਜੀ ਨੇ ਕੁਝ ਦੇਣ ਵਾਸਤੇ ਪੁੱਛਿਆ ਸੀ, ਉਹਨਾਂ ਤੇ ਵੇਖਣਾ ਸੀ ਵੀ ਮੰਗ ਹੈ ਕਿ ਨਹੀਂ, ਕਿਉਂਕਿ ਜਿੰਨਾ ਚਿਰ ਮੰਗ ਰਹਿੰਦੀ ਹੈ ਉਹਨਾਂ ਚਿਰ ਸਿੱਖ ਨਹੀਂ ਬਣਦਾ, ਉਹਨਾਂ ਚਿਰ ਉਹਦੇ ਵਿੱਚ ਮੈਲ ਰਹਿੰਦੀ ਹੈ। ਹਜ਼ੂਰ ਨੇ ਫਿਰ ਕਿਹਾ ਵੀ ਕੁਝ ਨਾ ਕੁਝ ਮਰਿਆਦਾ ਪੂਰੀ ਕਰੋ, ਮੈਂ ਦੇਣੀ ਚਾਹੁੰਦਾ। ਤੇ ਭਾਈ ਮੰਝ ਨੇ ਇੱਕ ਬਚਨ ਕਿਹਾ ਸੀ, ਸਤਿਗੁਰੂ ਜੇ ਜ਼ਰੂਰ ਕੁਝ ਦੇਣਾ ਹੈ, ਇੱਕ ਕਿਰਪਾ ਕਰਿਆ ਜੇ, ਜਿਹੜੀ ਕਸਵੱਟੀ ਤੁਸੀਂ ਮੇਰੇ ਤੇ ਲਾਈ ਹੈ
ਅੱਜ ਤੋਂ ਬਾਅਦ ਕਿਸੇ ਸਿੱਖ ਤੇ ਇੰਨੀ ਭਾਰੀ ਕਸਵੱਟੀ ਨਾ ਲਾਉਣੀ। ਕਿਉਂ, ਕੀ ਗੱਲ? ਕਹਿਣ ਲੱਗੇ ਤੇ ਤੁਸੀਂ ਕਿਰਪਾ ਕੀਤੀ, ਮੈਂ ਸਹਿ ਗਿਆ। ਇੱਥੇ ਤੇ 4 ਛਿੱਟਾਂ ਪਈਆਂ ਤੇ ਪਿੱਪਲ ਨੂੰ ਲੱਸੀ ਪਹਿਲਾਂ ਪਾਣ ਤੁਰ ਪੈਂਦੇ ਨੇ, ਇਹਨਾਂ ਨੇ ਕਿੱਥੇ ਸਿੱਖੀ ਕਮਾਉਣੀ ਹੈ। ਥੋੜਾ ਜਿਹਾ ਵਾਪਰਿਆ ਕੁਝ, ਭਾਵੇਂ ਘਰ ਵਿੱਚ ਵੈਸੇ ਹੀ ਕਿਸੇ ਚੀਜ਼ ਦੇ ਦਾਗ ਲੱਗ ਗਏ, ਇਹਨਾਂ ਨੇ ਪਹਿਲੇ ਤੁਰ ਪੈਣਾ ਪੁੱਛਣ ਵਾਸਤੇ ਇਹ ਕੀ ਹੋ ਗਿਆ ਹੈ। ਇੰਨੀ ਕਚਿਆਈ ਆ ਜਾਏਗੀ। ਉਸ ਹਾਲਤ ਵਿੱਚ ਕਸਵੱਟੀ ਨਾ ਲਾਉਣਾ, ਕਿਰਪਾ ਕਰਨੀ। ਸਤਿਗੁਰੂ ਨੇ ਫਿਰ ਦੂਜਾ ਬਚਨ ਕੀਤਾ, ਕਹਿਣ ਲੱਗੇ ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ। ਮੰਝ ਗੁਰੂ ਕਾ ਬੋਹਿ ਥਾ, ਜਗ ਲੰਘਣ ਹਾਰਾ। ਮੰਝ ਗੁਰੂ ਕਾ ਜਹਾਜ਼ ਹੈ। ਕਿਉਂ? ਕਹਿਣ ਲੱਗੇ ਭਾਈ ਮੰਝ, ਜਦੋਂ ਕਿਸੇ ਸਿੱਖ ਦਾ ਮਨ ਡੋਲੇਗਾ ਨਾ, ਅੱਜ ਤੋਂ 500 ਸਾਲ ਬਾਅਦ, 1000 ਸਾਲ ਬਾਅਦ, ਸਿੱਖੀ ਤੋਂ ਮਨ ਡੋਲੇਗਾ, ਕੱਚਾ ਹੋਵੇਗਾ, ਤੇ ਜਦੋਂ ਉਹ ਤੇਰੀ ਇਸ ਗਾਥਾ ਨੂੰ ਸੁਣੇਗਾ, ਉਹਨੂੰ ਫਿਰ ਪਰਪੱਕਤਾ ਮਿਲ ਜਾਏਗੀ, ਉਹਨੂੰ ਫਿਰ ਚੜ੍ਹਦੀ ਕਲਾ ਮਿਲ ਜਾਏਗੀ। ਇਸ ਕਰਕੇ ਤੂੰ ਜਹਾਜ਼ ਹੈ। ਮੈਂ ਬੇਨਤੀ ਸਾਂਝੀ ਕਰ ਰਿਹਾ ਸੀ, ਇਹ ਹੈ ਗਾਡੀ ਰਾਹ ਗੁਰਸਿੱਖੀ ਦਾ। ਇਹਦੇ ਉੱਤੇ ਤੁਰਨਾ ਹੈ ਤੇ ਉਹਨਾਂ ਦਾ ਸਹਾਰਾ ਲੈਣਾ ਹੀ ਪਏਗਾ। ਜਿਹੜੇ ਪਹਿਲਾਂ ਲੰਘ ਕੇ ਗਏ ਨੇ, ਉਹਨਾਂ ਨੇ ਰਾਹ ਪਾਏ ਨੇ, ਉਹਨਾਂ ਨੇ ਲੀਹਾਂ ਪਾਈਆਂ ਨੇ। ਤੇ ਸਤਿਗੁਰੂ ਨੇ ਬਚਨ ਕੀਤੇ, ਕਹਿੰਦੇ ਨਾਨਕ ਦੁਨੀਆ ਕੀਆਂ ਵਡਿਆਈਆਂ, ਅੱਗੀ ਛੇਤੀ ਜਾਲ। ਦੁਨੀਆ ਦੀਆਂ ਵਡਿਆਈਆਂ ਨੂੰ, ਸ਼ੋਹਰਤ ਨੂੰ ਅੱਗ ਵਿੱਚ ਪਾ ਕੇ ਸਾੜ ਦੇ। ਭਾਵ ਉਹਨਾਂ ਦੀ ਪਰਵਾਹ ਨਾ ਕਰੀ। ਇੰਨੀ ਜਲਈ ਨਾਮ ਵਿਸਾਰਿਆ। ਕਿਉਂਕਿ ਇਹ ਜਿਹੜੀਆਂ ਵਡਿਆਈਆਂ ਨੇ ਨਾ, ਇਹ ਨਾਮ ਨੂੰ ਭੁਲਾ ਦਿੰਦੀਆਂ ਨੇ। ਜਲਈ ਦਾ ਇੱਥੇ ਅਰਥ ਹੈ ਸੜਨ ਜੋਗੀਆਂ, ਭਾਵ ਬੜੀਆਂ ਖਤਰਨਾਕ ਧਰਮ ਦੇ ਰਾਹ ਤੇ। ਇਹਨਾਂ ਸੰਸਾਰ ਦੀਆਂ ਸ਼ੋਹਰਤਾਂ ਨੇ, ਵਡਿਆਈਆਂ ਨੇ, ਇਹਨਾਂ ਚੀਜ਼ਾਂ ਨੇ ਨਾਮ ਨੂੰ ਭੁਲਾ ਦਿੱਤਾ ਹੈ। ਔਰ ਸੱਚ ਹੈ, ਇੱਕ ਦਿਨ ਬੰਦਾ ਆਪਣੀ ਵਡਿਆਈ ਵਾਸਤੇ ਭੱਜਾ ਫਿਰੇ, ਕਿਤੇ ਕਰਾਉਂਦਾ ਫਿਰੇ, ਅਗਲੇ ਦਿਨ, ਦੂਸਰੇ ਦਿਨ ਬਾਣੀ ਪੜ੍ਹੇਗਾ, ਬਾਣੀ ਵਿੱਚ ਚਿੱਤ ਨਹੀਂ ਲੱਗੇਗਾ। ਇਹ ਸੰਵਿਧਾਨ ਹੀ ਇਸ ਤਰ੍ਹਾਂ ਦਾ, ਧਿਆਨ ਦਿਓ। ਸਿੱਖੀ ਦਾ ਸੰਵਿਧਾਨ ਇਸੇ ਤਰ੍ਹਾਂ ਦੇ। ਇਹਦੇ ਵਿੱਚ ਜਿੱਦਣ ਬਨਾਵਟ ਆਈ ਨਹੀਂ, ਦੂਸਰੇ ਦਿਨ ਫਿੱਕਾ ਪਿਆਰ ਨਹੀਂ। ਜਿੰਨਾ ਆਦਮੀ ਸਰਲ ਰਹੇਗਾ, ਜਿੰਨਾ ਆਦਮੀ ਸਿੱਧਾ ਰਹੇਗਾ, ਉਹਨਾਂ ਰਸ ਵਧੇਗਾ। ਤੇ ਜਿੰਨੀ ਇਹਨੇ ਬਨਾਵਟ ਕਰਨੀ ਸ਼ੁਰੂ ਕਰ ਦਿੱਤੀ, ਉਹਨਾਂ ਰਸ ਘਟ ਜਾਏਗਾ। ਕਿਉਂਕਿ ਉਹ ਅੰਤਰਜਾਮੀ ਹੈ। ਇਸ ਕਰਕੇ ਕਹਿੰਦੇ ਇੰਨੀ ਜਲੇ ਨਾਮ ਵਿਸਾਰਿਆ, ਇੱਕ ਨਾ ਚੱਲੀਆਂ ਨਾਲ। ਇਸ ਮਾਰਗ ਤੇ ਇਹ ਨਾਲ ਨਹੀਂ ਤੁਰਦੀਆਂ। ਇਸ ਕਰਕੇ ਗੁਰੂ ਦਰ ਤੋਂ ਉਹਦਾ ਪਿਆਰ, ਨਾਮ ਸਾਨੂੰ ਜ਼ਰੂਰ ਮੰਗਣਾ ਚਾਹੀਦਾ, ਤਾਂ ਕਿ ਇਹਨਾਂ ਵਡਿਆਈਆਂ ਦੀ ਬੇਪਰਵਾਹੀ ਮਨ ਵਿੱਚ ਪੈਦਾ ਹੋ ਸਕੇ। ਆਓ ਗੁਰੂ ਚਰਨਾਂ ਵਿੱਚੋਂ 1-2 ਮਿੰਟਾਂ ਵਾਸਤੇ ਮੰਗੀਏ। ਸਾਰਿਆਂ ਨੇ ਕਿਰਪਾ ਕਰਨੀ। ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ। ਵਿਸਰ ਨਾਹੀਂ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ। ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ। ਵਿਸਰ ਨਾਹੀਂ